बक शब्द सुनाया, सुनते सुन मन बसाया। बंधच बंधन पाया, मुक्त गुर अनल बुझाया। जब नख सिख मन चीना, तभी अंतर मचन कीना। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुगी अटल, शब्द अवतार, दसां पातशाहियां दी आत्मक जोत, धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार अर सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल हुए मनुआ, सतगुर का दर्शन पाए जियो। सतगुरां दी पवित्र अमृत बाणी की कथा विचार व्याख्या, सो सरवण करके लाहा प्राप्त करो जी। एक बार उच्चारण करो सतनाम श्री वाहिगुरु जी। बकत बक शब्द सुनाया, ज्ञान योग का कथन करते हुए भगत कबीर साहब जी फरमाते ने कि जो भगत है उपदेश करता ब्रह्म ਸਰੋਤਰੀ ब्रह्मनिष्ठी पूरे सतगुरु जी हैं। उन्होंने जद तत्व मिथ्या का विवेचन करने वाला शब्द कई उपदेश बग उच्चारण करके जद सुनाया, सुन तै सुन मन बसाया। तद सुनने वाले जग्यासु रूप ਸਰੋਤੇ ने वैराग भविख खट समधि आदि साधना के संयुक्त हो के श्रवण करके मन विच बसा लिया अते बंध च बंधन पाया। चे पुनः जिहड़े बंधन पाउण वाले काम क्रोध आदिक विकार सन, इन्हां सारियां नूं गुर उपदेश सामदम साधना द्वारा बंधन बन रोक पाउणा कीती है। इंज मुक्त गुर अनल बुझाया। मुक्त रूप या करता भोगता के बंधना तो मुक्त गुरां ने अनल भाव मंद वासना नूं रोकण वाला उपदेश समझा दिता, या तृष्णा रूप अग नूं नाम अमृत की वर्खा करके बुझा दिता, निवृत्त कर दिता है। जब नख सिख एहो मन चीना, जदों पैरां दी नौहां तो लैके सिर की चोटी तक इस चंचल मन नूं गुर उपदेश द्वारा रोम रोम विच नाम जप के एकाग्र करना जानिया, तब अंतर मज्जन कीना। तद अंतःकरण के अंदर आत्मा रूप तीरथ विच श्रवण मन निध्यासन करन प्रभु का इशनान किया है। पवन पत उन मन रहन खरा, जो श्वासां दा पति जीवात्मा है, वो उन मन तुरी अवस्था विच चंगी तरह रहन लग गया है। या खरा श्रेष्ठ गुरां दा उपदेश धारण करके तुरी अवस्था विच रहन लग गया है।
ਨਹੀਂ ਮਿਰਤ ਨ ਜਨਮ ਜਰੈ, ਉਸ ਅਵਸਥਾ ਵਿੱਚ ਨਾ ਹੀ ਮੌਤ ਹੈ, ਨਾ ਹੀ ਜੰਮਣਾ ਹੈ, ਨਾ ਹੀ ਬਾਲ ਜਵਾਨੀ ਬਿਰਧ ਆਦਿਕ ਅਵਸਥਾ ਹੈ। ਭਾਵ ਇਹ ਪ੍ਰਣਵਾਦ ਭਾਵ ਨੂੰ ਪ੍ਰਾਪਤ ਹੋਣ ਵਾਲੀਆਂ ਨਹੀਂ ਹਨ। ਜਰਾ ਜੜਤਾ ਆਦਿਕ ਵੀ ਨਹੀਂ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਉਹ ਲਟੀਲੇ ਸਖਤ ਸਹਾਰੰ, ਜਿਸ ਨੇ ਨਾਮ ਦੇ ਅਭਿਆਸ ਦੀ ਸ਼ਕਤੀ ਦਾ ਸਹਾਰਾ ਲੈ ਕੇ ਆਪਣੇ ਚਿੱਤ ਦੀ ਸੰਸਾਰਾ ਕਰ ਬਿਰਤੀ ਉਲਟਾ ਕੇ ਬ੍ਰਹਮਾਕਾਰ ਬਣਾ ਲਈ ਹੈ, ਜਾਂ ਨਾਮ ਅਭਿਆਸ ਦੇ ਆਸਰੇ ਬਿਰਤੀ ਮਾਇਆ ਵੱਲੋਂ ਉਲਟਾ ਕੇ ਬ੍ਰਹਮਾਕਾਰ ਬਣਾ ਲਈ ਹੈ। ਪੈਸੀਲੇ ਗਗਨ ਮਝਾਰੰ, ਉਸ ਦੀ ਬਿਰਤੀ ਬ੍ਰਹਮਾਕਾਰ ਹੋ ਕੇ ਚਿਦਾਕਾਸ਼ ਬ੍ਰਹਮ ਦੇ ਵਿੱਚ ਅਭੇਦ ਹੋ ਰੂਪ ਪ੍ਰਵੇਸ਼ ਹੋ ਗਈ ਹੈ। ਬੇਦੀਅਲੇ ਚੱਕਰ ਭੁਅੰਗਾ, 6 ਚੱਕਰਾਂ ਦੀ ਤਰ੍ਹਾਂ 5 ਗਿਆਨ ਇੰਦਰ, 6ਵਾਂ ਮਨ ਅਤੇ ਕਾਲ ਰੂਪ ਸੱਪ ਆਦਿਕ, ਇਹਨਾਂ ਸਭਨਾਂ ਨੂੰ ਪ੍ਰੇਮ ਰੂਪ ਤੀਰ ਦੇ ਨਾਲ ਵਿੰਨ ਲਿਆ ਹੈ। ਜਾਂ ਚੱਕਰ ਜੋ ਵਰਤਲਾਕਾਰ ਕਾਲ ਰੂਪ ਚੱਕਰ ਸੀ, ਭਾਵ ਭੂਤ ਭਵਿੱਖ ਤੇ ਵਰਤਮਾਨ ਕਾਲ ਸੀ, ਇਹ ਸੱਪ ਦੀ ਤਰ੍ਹਾਂ ਕੁੰਡਲ ਮਾਰੀ ਬੈਠਾ ਸੀਗਾ, ਜਿਸ ਦੀ ਜਾਗਰਤ ਸੁਪਨ ਸਖੋਪਤ ਆਦਿਕ ਅਵਸਥਾ ਸੀ। ਭਾਵ ਜੋ ਅਵਿਦਿਆ ਦੇ ਪ੍ਰਤਾਪ ਕਰਕੇ ਤਿੰਨੇ ਸਮਿਆਂ ਤੋਂ ਬਿਰਤੀ ਨੂੰ ਪਰੇ ਨਹੀਂ ਸੀ ਹੋਣ ਦਿੰਦਾ, ਉਸ ਨੂੰ ਪ੍ਰੇਮ ਰੂਪ ਤੀਰ ਨਾਲ ਵਿੰਨ ਲਿਆ ਹੈ। ਬੇਦੀ ਹਲੇ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆ ਰਾਮ ਰਾਜ। ਜਾਂ ਚੱਕਰ ਭੁਅੰਗਾ, ਚੱਕਰਵਤ ਭ੍ਰਮਣੀ ਵਾਲੇ ਕਾਲ ਰੂਪ ਸੱਪ ਨੂੰ ਬੇਦੀ ਹਲੇ ਪ੍ਰੇਮ ਰੂਪ ਤੀਰ ਨਾਲ ਵਿੰਨ ਲਿਆ ਹੈ। ਜਾਂ ਚੱਕਰ ਭੁਅੰਗਾ 5 ਤੱਤ ਤੇ 6ਵਾਂ ਮਨ, ਇਹ 6 ਚੱਕਰ ਅਗਿਆਨ ਦੇ ਪ੍ਰਤਾਪ ਕਰਕੇ ਸੱਪ ਦੀ ਤਰ੍ਹਾਂ ਕੁੰਡਲ ਮਾਰੀ ਬੈਠੇ ਸਨ। ਭਾਵ ਜੋ ਹਰ ਵਕਤ 5 ਤੱਤਾਂ ਦੀਆਂ ਖਿਲਤਾਂ ਵਿੱਚ ਧਿਆਨ ਬਣਿਆ ਰਹਿੰਦਾ, ਇਹਨਾਂ ਨੂੰ ਵੀ ਪ੍ਰੇਮ ਰੂਪ ਤੀਰ ਨਾਲ ਬੇਦੀ ਹਲੇ ਵਿੰਨ ਲਿਆ ਹੈ। ਭੇਟੀ ਵਾਲੇ ਰਾਇਨ ਸੰਗਾ, ਰਾਏ ਪ੍ਰਕਾਸ਼ ਰੂਪ ਬ੍ਰਹਮ ਦੇ ਵਿੱਚ ਨਿਸੰਗਾ ਸ਼ੰਕਾ ਤੋਂ ਰਹਿਤ ਹੋ ਕੇ ਮਿਲ ਗਏ ਹਾਂ। ਚੁਕੀਆਂ ਲੈ ਮੋਹ ਮਾਇਆ ਆਸਾ, ਜੋ ਮੋਹ ਰੂਪ ਸੰਸਾਰ ਦੇ ਅਗਿਆਨ ਦਾ ਮਏ ਸਰੂਪ ਅਤੇ ਪਦਾਰਥਾਂ ਦੀ ਆਸਾ ਸੀ, ਜਾਂ ਮੋਹ ਜੋ ਮਏ ਮਮਤਾ ਅਤੇ ਅਗਿਆਨ ਰੂਪ ਸੰਸਾਰ ਦੀ ਆਸਾ ਸੀ, ਅਥਵਾ ਜੋ ਮੋਹਣੀ ਮਾਇਆ ਦੀ ਆਸਾ ਸੀ, ਇਹ ਚੁੱਕੀ ਗਈ, ਭਾਵ ਨਿਮਰਤ ਹੋ ਗਈ ਹੈ। ਸਾਸ ਕੀਨੋ ਸੁਰਗ ਰਸਾ, ਸਸ ਚੰਦਰਮਾ ਦੀ ਤਰ੍ਹਾਂ ਮਾਇਆ ਦੇ ਮੋਹ ਰੂਪ ਪ੍ਰਕਾਸ਼ ਨੂੰ ਗਿਆਨ ਰੂਪ ਸੂਰਜ ਨੇ ਗਰਸ ਲੈਣਾ ਕੀਤਾ, ਮੇਟ ਲੈਣਾ ਕੀਤਾ ਹੈ। ਇਸੇ ਪ੍ਰਕਾਰ ਸਾਸ ਕੀਨੋ ਸੁਰਗ ਰਸਾ, ਚੰਦਰਮਾ ਦੀ ਤਰ੍ਹਾਂ ਸਤੋ ਗੁਣ ਨੇ ਸੂਰਜ ਦੀ ਤਰ੍ਹਾਂ ਤਮੋ ਗੁਣ ਨੂੰ ਗਰਸ ਲੈਣਾ ਕੀਤਾ, ਮੇਟ ਲੈਣਾ ਕੀਤਾ, ਭਾਵ ਨਾਸ਼ ਕਰਨਾ ਕੀਤਾ ਹੈ। ਇਸੇ ਪ੍ਰਕਾਰ ਸਸ ਕੀਨੋ ਸੁਰਗ ਰਸਾ, ਗੁਰੂ ਰੂਪ ਚੰਦਰਮਾ ਨੇ ਅਗਿਆਨ ਰੂਪ ਸੂਰਜ ਨੂੰ ਗਰਸ ਲੈਣਾ ਕੀਤਾ ਹੈ। ਜਿਵੇਂ ਚੰਦਰਮਾ ਰਾਤਰੀ ਨੂੰ ਪ੍ਰਕਾਸ਼ ਕਰਨ ਵਾਲਾ, ਇਸੇ ਪ੍ਰਕਾਰ ਅਗਿਆਨ ਰੂਪ ਚੰਦਰਮਾ ਰਾਜਸੀ ਤਾਮਸੀ ਸਾਂਦਗੀ ਸੁਭਾਅ ਦਾ ਪ੍ਰਕਾਸ਼ ਕਰਨ ਵਾਲਾ ਹੈ। ਇਸ ਨੂੰ ਅਪਰੋਹ ਗਿਆਨ ਰੂਪ ਸੂਰਜ ਨੇ ਗਰਸ ਲਿਆ ਹੈ।
ਜਬ ਕੁੰਭ ਕੋ ਭਰ ਪੁਰ ਲੀਣਾ ਜਦੋਂ ਸਰੀਰ ਵਿੱਚ ਹਰੀ ਨੂੰ ਪਰਿਪੂਰਨ ਹੋ ਕੇ ਲੀਨ ਹੋਇਆ ਜਾਣਿਆ ਤਹ ਬਾਜੇ ਅਨਹਦ ਬੀਣਾ ਉਸ ਵਕਤ ਹਿਰਦੇ ਵਿੱਚ ਬੀਣਾ ਸੁੰਦਰ ਨਾਮ ਰੂਪ ਇੱਕ ਰਸ ਬਾਜੀ ਵਾਜਾਏ। ਇਸੇ ਪ੍ਰਕਾਰ ਤਹ ਬਾਜੇ ਅਨਹਦ ਬੀਣਾ ਜਿਸ ਵਕਤ ਕੁੰਭਕ ਭਰਪੂਰ ਲੀਨਾ ਪਰਮੇਸ਼ਰ ਨੂੰ ਸਾਰੇ ਸਰੀਰਾਂ 'ਚ ਆਕਾਸ਼ ਦੀ ਨਿਆਈ ਪਰਿਪੂਰਨ ਜਾਣਿਆ ਤਾਂ ਉਸ ਵਿੱਚ ਲੀਨ ਹੋ ਗਏ ਅਰ ਉਥੇ ਹੱਦ ਤੋਂ ਰਹਿਤ ਸੁੰਦਰ ਸਤਨਾਮ ਸ੍ਰੀ ਵਾਹਿਗੁਰੂ 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 ਰੂਪ ਵਾਜੇ ਵਾਜਾਏ। ਭਗਤੈ ਬਗ ਸ਼ਬਦ ਸੁਨਾਇਆ ਇਉਂ ਜਦੋਂ ਉਪਦੇਸ਼ ਕਰਤਾ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਗੁਰਾਂ ਨੇ ਬ੍ਰਹਮ ਦੀ ਪ੍ਰਾਪਤੀ ਵਾਲਾ ਉਪਦੇਸ਼ ਉਚਾਰਨ ਕਰਕੇ ਸੁਣਾਉਣਾ ਕੀਤਾ। ਸੁਨਤੈ ਸੁਨ ਮਨ ਬਸਾਇਆ ਫਿਰ ਵੈਰਾਗ ਵਿਵੇਕ ਖਟ ਸਮਧੀ ਮਮੋਖ ਸਾਧਕ ਸਾਧਨਾਂ ਦੀ ਸਹਿਤ ਸੁਣਨ ਵਾਲੇ ਸਰੋਤੇ ਨੇ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੁਆਰਾ ਸਰਵਣ ਕਰਕੇ ਮਨ ਵਿੱਚ ਵਸਾਉਣਾ ਕੀਤਾ ਅਤੇ ਸਰਵਣ ਮਨਨ ਨਿਧਿਆਸਨ ਦੁਆਰਾ ਸਰੂਪ ਦੀ ਸਖਿਆਤਾ ਪਾ ਲਈ। ਕਾਰ ਕਰਤਾ ਉਤਰਸ ਪਾਰੰ ਇਸ ਪ੍ਰਕਾਰ ਜਿਹੜਾ ਜਗਿਆਸੂ ਕਰਤਾ ਹੋ ਕੇ ਨਾਮ ਦੀ ਅਭਿਆਸ ਨੂੰ ਕਰੇਗਾ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। ਕਹੈ ਕਬੀਰਾ ਸਾਰੰ ਭਗਤ ਕਬੀਰ ਜੀ ਕਥਨ ਕਰਦੇ ਨੇ ਕਿ ਇਹ ਅਸੀਂ ਗਿਆਨ ਦਾ ਅਸਲੀ ਤੱਤ ਦੱਸਿਆ ਇਹਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਵੋ। ਚੰਦ ਸੂਰਜ ਦੋਏ ਜੋਤ ਸਰੂਪ ਭਗਤ ਕਬੀਰ ਸਾਹਿਬ ਜੀ ਦੇ ਕੋਲ ਇੱਕ ਆਪਣੇ ਆਪ ਨੂੰ ਗਿਆਨੀ ਜੀ ਕਹਾਉਣ ਵਾਲਾ ਪੁਰਖ ਆਇਆ ਅਤੇ ਕਹਿਣ ਲੱਗਾ ਕਿ ਗਾਇਤਰੀ ਮੰਤਰ ਵਿੱਚ ਆਉਂਦਾ ਹੈ ਕਿ ਸੂਰਜ ਦਿਨ ਦਾ ਮਾਨੀ ਦੇਵਤਾ ਹੈ ਤੇ ਚੰਦਰਮਾ ਰਾਤ ਦਾ ਮਾਨੀ ਦੇਵਤਾ ਹੈ। ਤੁਹਾਡੇ ਕੀ ਵਿਚਾਰ ਨੇ? ਤਾਂ ਸੁਣ ਕੇ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਿਆ ਚੰਦ ਸੂਰਜ ਦੋਏ ਜੋ ਚੰਦਰਮਾ ਦੇ ਸੂਰਜ ਦੋਵੇਂ ਜੋਤ ਸਰੂਪ ਪ੍ਰਕਾਸ਼ ਵਾਲਾ ਰੂਪ ਮੰਨੇ ਨੇ ਜਾਂ ਦੋ ਚੰਦ ਤੇ ਸੂਰਜ ਦੇ ਪ੍ਰਕਾਸ਼ ਕਰਨ ਵਾਲੇ ਅਭਿਮਾਨੀ ਦੇਵਤੇ ਮੰਨੇ ਹਨ। ਜੋਤੀ ਅੰਤਰ ਬ੍ਰਹਮ ਅਨੂਪ ਸੂਰਜ ਚੰਦਰਮਾ ਤਾਰੇ ਬਿਜਲੀ ਆਦਿਕ ਇਹਨਾਂ ਜੋਤੀਆਂ ਦੇ ਅੰਦਰ ਪ੍ਰਕਾਸ਼ ਕਰਨ ਵਾਲਾ ਉਪਮਾ ਤੋਂ ਰਹਿਤ ਹੀ ਬ੍ਰਹਮ ਪਰਮੇਸ਼ਰ ਆਪ ਹੀ ਹੈ। ਕਰ ਰੇ ਗਿਆਨੀ ਬ੍ਰਹਮ ਵਿਚਾਰ ਇਹ ਗਿਆਨਵਾਨ ਪੁਰਖ ਤੂੰ ਉਸ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਦਾ ਵਿਚਾਰ ਆਪਣੇ ਹਿਰਦੇ ਵਿੱਚ ਕਰ। ਜੋਤੀ ਅੰਤਰ ਤਰਿਆ ਪਸਾਰ ਜਿਸ ਨੇ ਆਪਣੀ ਚੇਤਨ ਸੱਤਾ ਰੂਪ ਜੋਤੀ ਦੇ ਅੰਦਰ ਹੀ ਸਾਰੇ ਸੰਸਾਰ ਦਾ ਪਸਾਰਾ ਧਰਿਆ ਰੱਖਿਆ ਹੋਇਆ ਭਾਵ ਸਾਰਾ ਪਸਾਰਾ ਅਧਿਆਸਤ ਰੂਪ ਤੇ ਬ੍ਰਹਮ ਸ਼ਬਦ ਦਾ ਅਧਿਸ਼ਠਾਨ ਆਸਰਾ ਰੂਪ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ ਹੀਰਾ ਦੇਖਾ ਇਹ ਭਾਈ ਗੁਰੂ ਉਪਦੇਸ਼ ਦੁਆਰਾ ਨਾਮ ਦਾ ਅਭਿਆਸ ਕਰਕੇ ਆਪਣੇ ਹਿਰਦੇ ਵਿੱਚ ਬ੍ਰਹਮ ਰੂਪ ਹੀਰਾ ਵੇਖ। ਸਾਲਸਰਾਏ ਜੌਹਰੀ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਇਹੀ ਗੱਲ ਸਮਝਾਈ ਸੀ ਕਿ ਤੂੰ ਇੰਨਾ ਸਿਆਣਾ ਹੋ ਕੇ ਪੱਥਰਾਂ ਦੀ ਕੀਮਤ ਪਾਉਣ ਵਿੱਚ ਲੱਗਾ ਹੋਇਆ ਅੰਦਰ ਹੀਰਾ ਲਾਲ ਬਣਾਇਆ ਤੇ ਪੂਰਾ ਸਤਿਗੁਰੂ ਪਰਖ ਪਰਖਾਇਆ ਉਹਨੂੰ ਤੂੰ ਪਰਖਦਾ ਨਹੀਂ ਹੈ। ਆਪਦੇ ਅੰਦਰ ਦੇ ਬ੍ਰਹਮ ਰੂਪ ਨਾਮ ਰੂਪੀ ਹੀਰੇ ਨੂੰ ਤਾਂ ਪਰਖ ਕੇ ਵੇਖ। ਹੀਰੇ ਕਰੋ ਆਦੇਸ ਅਤੇ ਉਸ ਬ੍ਰਹਮ ਰੂਪ ਹੀਰੇ ਨੂੰ ਨਮਸਕਾਰ ਕਰੋ
ਜਾਂ ਪਰਮੇਸ਼ਰ ਰੂਪ ਹੀਰੇ ਨੂੰ ਵੇਖਣ ਵਾਲੇ ਗੁਰੂ ਰੂਪ ਹੀਰੇ ਨੂੰ ਨਮਸਕਾਰ ਕਰੋ। ਅਰਥਾਤ ਜੇਕਰ ਹੀਰੇ ਨੂੰ ਪਰਖਣ ਲਈ ਲੋਹੇ ਦੀ ਐਰਣ ਤੇ ਰੱਖ ਕੇ ਉੱਪਰੋਂ ਲੋਹੇ ਦਾ ਹਥੌੜਾ ਮਾਰੀਏ ਤਾਂ ਪਤਾ ਲੱਗ ਜਾਂਦਾ ਕਿ ਹੀਰਾ ਅਸਲੀ ਹੈ ਜਾਂ ਨਕਲੀ। ਜੇਕਰ ਹੀਰੇ ਵਿੱਚੋਂ ਪੱਥਰ ਜਾਂ ਕੱਚ ਦੇ ਮਣਕੇ ਨਿਕਲ ਜਾਣ ਤਾਂ ਨਕਲੀ ਹੁੰਦਾ। ਜੇ ਹੀਰਾ ਲੋਹੇ ਦੀ ਐਰਣ ਜਾਂ ਲੋਹੇ ਦੇ ਵਿਦਾਨ ਵੱਡੇ ਹਥੌੜੇ ਵਿੱਚ ਖੁੱਭ ਜਾਵੇ ਤਾਂ ਇਹੀ ਅਸਲੀ ਹੀਰੇ ਦੀ ਨਿਸ਼ਾਨੀ ਹੈ। ਇਸੇ ਪ੍ਰਕਾਰ ਹੀਰਾ ਦੇਖਾਂ ਹਰੀ ਰੂਪ ਹੀਰੇ ਨੂੰ ਪਰਖਣ ਵਾਸਤੇ ਹੀਰੇ ਕਰੋ ਆਦੇਸ। ਇਹ ਵੇਖ ਕਿ ਲੋਹੇ ਦੀ ਐਰਨ ਮੱਤ ਨੂੰ ਅਚਲ ਬਣਾਵੇ ਤੇ ਵੇਦਾਂ ਦਾ ਗਿਆਨ ਰੂਪ ਹਥੌੜਾ ਬਣਾਵੇ, ਫਿਰ ਹਰੀ ਰੂਪ ਹੀਰੇ ਦੀ ਪਰਖ ਪ੍ਰਾਪਤ ਹੁੰਦੀ ਹੈ। ਇਉਂ ਪਰਖ ਕੇ ਤੇ ਉਸ ਬ੍ਰਹਮ ਰੂਪ ਹੀਰੇ ਨੂੰ ਨਮਸਕਾਰ ਕਰੋ। ਜਾਂ ਜਿਵੇਂ ਹੀਰੇ ਨੂੰ ਪਰਖਣ ਲਈ ਉਹ ਵਰਮੇ ਦੇ ਅੱਗੇ ਹੀਰੇ ਦੀ ਕਣੀ ਲਾਉਣੀ ਪੈਂਦੀ ਹੈ, ਫਿਰ ਅਸਲੀ ਹੀਰੇ ਵਿੱਚ ਛੇਕ ਪੈਂਦਾ ਜਾਂ ਹੀਰਾ ਬੰਨ੍ਹਿਆ ਜਾਂਦਾ। ਸੋ ਗਰਮੀ ਨੂੰ ਗਰਮੀ ਕੱਟਦੀ, ਲੋਹੇ ਨੂੰ ਲੋਹਾ ਕੱਟਦਾ, ਹੀਰੇ ਨੂੰ ਹੀਰਾ ਹੀ ਕੱਟੂਗਾ। ਹੀਰੇ ਦੇ ਨਾਲ ਹੀ ਹੀਰਾ ਬੰਨ੍ਹਿਆ ਜਾਂਦਾ। ਇਸੇ ਪ੍ਰਕਾਰ ਪਰਮੇਸ਼ਰ ਰੂਪ ਹੀਰੇ ਨੂੰ ਪਰਖਣ ਲਈ ਅੰਤःਕਰਨ ਨੂੰ ਵਰਮੇ ਦੇ ਅੱਗੇ ਹਰੀ ਦੇ ਨਾਮ ਰੂਪ ਕਣੀ ਲਾਉਣੀ ਪੈਂਦੀ ਹੈ, ਫਿਰ ਹਰੀ ਰੂਪ ਹੀਰੇ ਵਿੱਚ ਪ੍ਰੇਮ ਦਾ ਛੇਕ ਪੈਂਦਾ ਜਾਂ ਹਰੀ ਰੂਪ ਹੀਰਾ ਬੰਨ੍ਹਿਆ ਜਾਂਦਾ। ਇਹੀ ਹਰੀ ਨੂੰ ਪਛਾਣਨ ਦਾ ਅਸਲੀ ਤਰੀਕਾ ਹੈ। ਦੂਸਰਾ ਹੀਰੇ ਨੂੰ ਪਰਖਣ ਦਾ ਇਹ ਤਰੀਕਾ ਹੈ, ਜਿਵੇਂ ਹੀਰੇ ਨੂੰ ਪਰਖਣ ਲਈ ਲੋਹੇ ਦੀ ਐਰਨ ਉੱਪਰ ਰੱਖ ਕੇ ਉੱਪਰੋਂ ਲੋਹੇ ਦਾ ਵਿਦਾਨ ਵੱਡਾ ਹਥੌੜਾ ਇਹ ਮਾਰਿਆ, ਅਸਲੀ ਹੀਰਾ ਲੋਹੇ ਦੀ ਐਰਨ ਜਾਂ ਹਥੌੜੇ 'ਚ ਖੁੱਭ ਜਾਂਦਾ। ਇਸੇ ਪ੍ਰਕਾਰ ਪਰਮੇਸ਼ਰ ਰੂਪ ਹੀਰਾ ਬੁੱਧ ਰੂਪ ਐਰਨ ਤੇ ਗਿਆਨ ਰੂਪ ਹਥੌੜੇ ਵਿੱਚ ਖੁੱਭ ਜਾਂਦਾ। ਐਸੀ ਉਸ ਹਰੀ ਰੂਪ ਹੀਰੇ ਨੂੰ ਨਮਸਕਾਰ ਕਰੋ। ਕਹੈ ਕਬੀਰਾ ਨਿਰੰਜਨ ਅਲੇਖਾ। ਇਹ ਸਾਰੀ ਗੱਲਬਾਤ ਕਬੀਰ ਭਗਤ ਜੀ ਕਹਿ ਰਹੇ ਨੇ ਕਿ ਹੇ ਭਾਈ, ਉਸ ਨਿਰੰਜਨ ਕਾਲਖ ਤੋਂ ਮਾਇਆ ਕਾਲਖ ਤੋਂ ਰਹਿਤ ਪਰਮੇਸ਼ਰ, ਸੋ ਉਸ ਨੂੰ ਦੇਖਣਾ ਘਰ ਹਿਰਦੇ ਵਿੱਚ ਉਹ ਲੇਖਾਂ ਤੋਂ ਰਹਿਤ ਹੈ। ਭਾਵ ਕਿਸੇ ਵੇਦ ਸ਼ਾਸਤਰ ਕਰਮ ਉਪਾਸ਼ਨਾ ਗਿਆਨ ਦੇ ਲੇਖੇ ਵਿੱਚ ਨਹੀਂ ਆਉਂਦਾ ਹੈ। ਦੁਨੀਆ ਹੁਸ਼ਿਆਰ ਬੇਦਾਰ। ਇਸ ਪਾਵਨ ਸ਼ਬਦ ਵਿੱਚ ਭਗਤ ਕਬੀਰ ਜੀ ਵੇਦਾਂ ਸ਼ਾਸਤਰਾਂ ਦੇ ਕਰਮ ਕਾਂਡਾਂ ਵਿੱਚ ਫਸੇ ਬ੍ਰਾਹਮਣ ਲੋਕਾਂ ਨੂੰ ਉਪਦੇਸ਼ ਦਿੰਦੇ ਨੇ ਕਿ ਹੇ ਦੁਨੀਆ ਦੇ ਲੋਕੋ, ਆਪਣੇ ਜੀਵਨ ਨੂੰ ਵਿਕਾਰਾਂ ਤੋਂ ਉੱਚਾ ਰੱਖਣ ਵਾਸਤੇ, ਕਾਲ ਤੋਂ ਬਚਣ ਵਾਸਤੇ ਸਾਵਧਾਨ ਹੋਵੋ। ਸਾਵਧਾਨ ਇਕਾਗਰ ਚੀਤ। ਜਾਗਤਾ ਮੁਸੀਅਤਾ ਹਉ ਰੇ ਭਾਈ। ਮੁਸੀਅਤ ਹੋ ਰੇ ਭਾਈ। ਸੋ ਜੇ ਤੁਸੀਂ ਸਾਵਧਾਨ ਹੋਵੋ ਤਾਂ ਦੁਨੀਆ ਦੇ ਲੋਕ ਅੱਗੋਂ ਇਉਂ ਕਹਿਣ ਲੱਗੇ ਕਿ ਅਸੀਂ ਤਾਂ ਬੇਦਾਰ ਖਬਰਦਾਰ। ਫਿਰ ਭਗਤ ਕਬੀਰ ਜੀ ਕਹਿਣ ਲੱਗੇ, ਰੇ ਭਾਈ, ਹੇ ਭਾਈ, ਹੇ ਮੇਰੇ ਭਰਾਵੋ, ਜੇ ਤੁਸੀਂ ਹੁਸ਼ਿਆਰ ਤੇ ਖਬਰਦਾਰ ਹੋਵੋ ਫਿਰ ਤੁਸੀਂ ਤਾਂ ਪ੍ਰਤੱਖ ਜਾਗਦਿਆਂ ਹੀ ਮੁਸੀਅਤ ਹੋ, ਲੁੱਟੀਂਦੇ ਜਾ ਰਹੇ ਹੋ। ਭਾਵ ਸੁੱਤਾ ਬੰਦਾ ਉਹਨੂੰ ਤਾਂ ਜਗਾ ਕੇ ਸਾਵਧਾਨ ਕਰੀਦਾ, ਤੁਸੀਂ ਜਾਗਦਿਆਂ ਹੀ ਲੁੱਟੀਂਦੇ ਜਾ ਰਹੇ ਹੋ। ਤੁਸੀਂ ਆਪਣੇ ਆਪ ਸਮਝਦੇ ਹੋ ਕਿ ਅਸੀਂ ਜਾਗਦੇ ਦਿਮਾਗ ਵਾਲੇ ਹਾਂ, ਭਾਵ ਵੇਦਾਂ ਸ਼ਾਸਤਰਾਂ ਨੂੰ ਪੜ੍ਹੇ ਹੋਏ ਆ, ਪਰ ਤੁਹਾਨੂੰ ਤਾਂ ਕਾਮ ਕ੍ਰੋਧ ਰੂਪ ਚੋਰ ਦਿਨ ਰਾਤ ਲੁੱਟੀ ਜਾ ਰਹੇ ਨੇ। ਅਰਥਾਤ 84 ਲੱਖ ਜੂਨਾਂ 'ਚ ਪੱਥਰ ਆਦਿਕ ਜੜ ਜੂਨਾਂ ਦੀ ਘਣ ਸੁਖੋਵਤੀ ਅਵਸਥਾ, ਬ੍ਰਿਕਸ਼ ਆਦਿਕਾਂ ਦੀ ਸੁਖੋਵਤ ਅਵਸਥਾ, ਪਸ਼ੂ ਪੰਛੀਆਂ ਦੀ ਸੁਪਨ ਅਵਸਥਾ। ਜਿਸ ਤਰ੍ਹਾਂ ਸਾਨੂੰ ਸੁਪਨੇ ਵਿੱਚ ਦਿਖਦਾ ਬੜਾ ਕੁਝ ਹੈ ਪਰ ਹੁੰਦਾ ਕੁਛ ਵੀ ਨਹੀਂ। ਉਹ ਜਿੰਨਾ ਚਿਰ ਸੁਪਨਾ ਲੈ ਰਿਹਾ ਉਹਨਾਂ ਚਿਰ ਸੱਚ ਹੈ ਪ੍ਰਤੀਤ ਹੋ ਰਿਹਾ, ਤੇ ਜਿਸ ਵਕਤ ਜਾਗ ਲੈਂਦਾ ਹੈ ਉਸ ਵਕਤ ਕੁਛ ਵੀ ਨਹੀਂ ਰਹਿੰਦਾ।
ਇਉਂ ਮਨੁੱਖਾਂ ਦੀ ਜਾਗਰਤ ਅਵਸਥਾ ਮੰਨੀ ਹੈ। ਭਾਵ ਮਨੁੱਖ ਨੂੰ ਜਾਗਦੇ ਦਿਮਾਗ ਵਾਲਾ ਮੰਨਿਆ। ਪਸ਼ੂ ਪੰਛੀ ਸੁਪਨ ਅਵਸਥਾ ਵਿੱਚ ਰੂੜ ਨੇ, ਪਤਾ ਤਾਂ ਉਹਨਾਂ ਨੂੰ ਸਾਰਾ ਕੁਝ ਹੈ ਪਰ ਕਰ ਕੁਝ ਨਹੀਂ ਸਕਦੇ। ਇਸੇ ਪ੍ਰਕਾਰ ਪੱਥਰ ਆਦਿ ਦੀ ਜੜ ਜੂਣ ਵਾਂਗ ਪਾਮਰ ਪੁਰਖ ਘਨ ਸਕੋਪਤੀ ਅਵਸਥਾ ਵਾਲੇ ਨੇ, ਜਿਹੜੇ ਵਿਸ਼ਈ ਨੇ। ਪਾਮਰ ਪੁਰਖਾਂ ਨੂੰ ਕੋਈ ਵਿਵਹਾਰਕ ਜਾਂ ਪਰਮਾਰਥ ਸਮਝ ਨਹੀਂ ਪੈਂਦੇ। ਦੂਜੇ ਵਿਸ਼ਈ ਪੁਰਖ ਸੁਖੋਪਤ ਅਵਸਥਾ ਵਾਲੇ ਬ੍ਰਿਕਸ਼ਾਂ ਆਦਿਕ ਵਾਂਗ ਨੇ, ਜਿਨ੍ਹਾਂ ਦੀ ਪੁੰਨ ਦਾਨ ਕਰਨ ਵਿੱਚ ਇੱਛਾ ਹੈ ਕਿ ਪਿਛਲੇ ਪੁੰਨ ਕੀਤੇ ਆ ਤੇ ਹੁਣ ਸੁੱਖ ਭੋਗ ਰਹੇ ਆ ਤੇ ਹੁਣ ਕਰਾਂਗੇ ਅੱਗੇ ਨੂੰ ਪਦਾਰਥਾਂ ਦੇ ਸੁੱਖ ਭੋਗਣਾ ਕਰਾਂਗੇ। ਤੀਜੇ ਜਗਿਆਸੂ ਜਨ ਸੁਪਨ ਅਵਸਥਾ ਵਾਲੇ ਪਸ਼ੂ ਪੰਛੀਆਂ ਵਾਂਗ ਨੇ। ਅਤੇ ਗਿਆਨਵਾਨ ਪੁਰਖ ਉਹ ਤਾਂ ਹੈ ਹੀ ਜਾਗਦੇ ਦਿਮਾਗ ਵਾਲੇ। ਬ੍ਰਾਹਮਣ ਲੋਕ ਕਹਿਣ ਲੱਗੇ ਕਿ ਅਸੀਂ ਪਹਿਰੇਦਾਰ ਰੱਖੇ ਹੋਏ ਆ, ਭਾਵ ਅਸੀਂ ਵੇਦ ਸ਼ਾਸਤਰ ਪੜ੍ਹੇ ਹੋਏ ਆ, ਲੁੱਟੇ ਕਿਵੇਂ ਜਾਵਾਂਗੇ? ਤਾਂ ਕਬੀਰ ਭਗਤ ਜੀ ਕਹਿਣ ਲੱਗੇ, ਨਿਗਮ ਹੁਸ਼ਿਆਰ ਪਹਿਰੂਆ। ਇਹ ਭਾਈ ਤੁਸੀਂ ਜਿਹੜੇ ਵੇਦ ਸ਼ਾਸਤਰਾਂ ਨੂੰ ਆਪਣੇ ਹੁਸ਼ਿਆਰ ਸਾਵਧਾਨ ਸੁਚੇਤ ਪਹਿਰੇਦਾਰ ਸਮਝਿਆ ਹੈ, ਇਹਨਾਂ ਦੇ ਦੇਖਤ ਜਮ ਲੈ ਜਾਈ। ਵੇਖਦਿਆਂ ਵੇਖਦਿਆਂ ਹੀ ਤੁਹਾਨੂੰ ਯਮਦੂਤ ਲੈ ਜਾਵੇਗਾ। ਭਾਵ ਧਾਰਨਾ ਤੋਂ ਹੀਣਿਆਂ ਦੀ ਮੁਕਤੀ ਨਹੀਂ ਹੁੰਦੀ ਹੈ। ਰਹਾਉ ਵਿਸ਼ਰਾਮ ਦੇ ਕਰਕੇ ਫਰਮਾਨ ਕਰਦੇ ਨੇ, ਅਰਥਾਤ ਵੇਦ ਤਾਮਸੀ ਪੁਰਖ ਨੂੰ ਕਰਮ ਕਰਨ ਦੀ ਸਿੱਖਿਆ ਦਿੰਦੇ ਨੇ, ਰਾਜਸੀ ਪੁਰਖ ਨੂੰ ਉਪਾਸ਼ਨਾ ਦੀ ਤੇ ਸਾਂਦਗੀ ਪੁਰਖ ਨੂੰ ਗਿਆਨ ਦੀ ਸਿੱਖਿਆ ਦਿੰਦੇ ਨੇ। ਇਹ ਕਬੀਰ ਭਗਤ ਜੀ ਅਗਲੇ ਸ਼ਬਦ ਵਿੱਚ ਦ੍ਰਿਸ਼ਟਾਂਤ ਦੇ ਕੇ ਕਥਨ ਕਰਦੇ ਨੇ, ਨੀਂਬ ਭਇਓ ਆਂਬ। ਇਹ ਭਾਈ ਤੁਸੀਂ ਕੌੜੀ ਨਿੰਮ ਨੂੰ ਅੰਬ ਵਾਂਗ ਮਿੱਠਾ ਸਮਝਿਆ ਹੋਇਆ ਹੈ। ਆਂਬ ਭਇਓ ਨੀਂਬਾ। ਅਤੇ ਮਿੱਠੇ ਅੰਬ ਨੂੰ ਕੌੜੀ ਨਿੰਮ ਸਮਝਿਆ ਹੋਇਆ ਹੈ। ਕੇਲਾ ਪਾਕਾ ਝਾਰ। ਅਤੇ ਪੱਕਾ ਮਿੱਠਾ ਕੇਲਾ ਝਾੜੀ ਮਲੀ ਦੇ ਬੇਰ ਵਾਂਗ ਗਲ ਘੋਟੂ ਸਮਝਿਆ ਹੋਇਆ, ਜਾਂ ਗਲ ਘੋਟੂ ਬੇਰ ਨੂੰ ਪੱਕੇ ਕੇਲੇ ਵਾਂਗ ਮਿੱਠਾ ਸਮਝਿਆ ਹੋਇਆ ਹੈ। ਨਾਲੀਏਰ ਫਲ ਸੇ ਪਰ ਪਾਕਾ। ਜਿਸ ਨਾਲੀਅਰ ਦੇ ਫਲ ਵਿੱਚ ਰਸ ਹੁੰਦਾ ਉਹਨੂੰ ਪੱਕਾ ਸਿਮਲ ਵਰਗਾ ਸਮਝਿਆ ਹੋਇਆ ਹੈ, ਜਾਂ ਪੱਕੇ ਸਿਮਲ ਨੂੰ ਨਰੇਲ ਫਲ ਦੇ ਰਸ ਵਾਂਗ ਮਿੱਠਾ ਸਮਝਿਆ ਹੋਇਆ। ਜਿਹੜਾ ਸਿਮਲ ਦਾ ਦਰਖਤ ਨਕੰਮਾ ਹੁੰਦਾ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੀ ਆਵੇ ਆਸ ਕਰ ਜਾਹੀ ਨਰਾਸੇ ਖੇਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇ ਪਤ, ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਦਤ। ਇੰਜ ਨਾਲੀਏ ਮੂਰਖ ਮੁਗਧ ਗਵਾਰ। ਸੋ ਜਿਹੜਾ ਨਾਰੀਅਲ ਫਲ ਵਿੱਚ ਰਸ ਹੁੰਦਾ ਉਹਨੂੰ ਪੱਕਾ ਸਿਮਲ ਵਰਗਾ ਸਮਝਿਆ, ਪੱਕੇ ਸਿਮਲ ਨੂੰ ਨਰੀਅਲ ਫਲ ਦੀ ਰਸ ਵਾਂਗ ਮਿੱਠਾ ਸਮਝਿਆ। ਇੰਜ ਤੁਹਾਡੀਆਂ ਤਿੰਨ ਅਵਸਥਾ ਨੇ, ਤੁਸੀਂ ਮੂਰਖ ਵੀ ਹੋ, ਮੁਗਧ ਵੀ ਹੋ ਤੇ ਗਵਾਰ ਵੀ ਹੋ। ਮੂਰਖ ਮਨ ਕਰਕੇ ਹੋ, ਮੁਗਧ ਬੇਸਮਝ ਬਾਣੀ ਕਰਕੇ ਹੋ, ਤੇ ਗਵਾਰਾਂ ਵਾਲੇ ਕੰਮ ਕਰਦੇ ਹੋ ਸਰੀਰ ਕਰਕੇ। ਮਤਲਬ ਸਭ ਕੁਝ ਪਤਾ ਵੀ ਹੈ, ਬੁੱਧੀ ਵੀ ਹੈ, ਲਿਆਕਤ ਵੀ ਹੈ, ਦੁਨੀਆ ਸਿਆਣੀ ਵੀ ਬੜੀ ਹੈ, ਤੇ ਪਰ ਪਤਾ ਨਹੀਂ ਸਿਮਰਨ ਵਾਲੇ ਪਾਸੇ ਕਿਉਂ ਢਿੱਲ ਮੱਠ ਕੀਤੀ ਹੋਈ ਹੈ। ਅੰਮ੍ਰਿਤ ਛਕਣ ਨੂੰ ਚੰਗੇ ਭਲੇ ਬੜੇ ਬੜੇ ਸਿਆਣੇ ਲੋਕ, ਚੰਗੇ ਭਲੇ ਬੰਦੇ ਨਹੀਂ ਤਿਆਰ। ਸੋ ਜਿਨ੍ਹਾਂ ਦੇ ਸਾਖ ਸੰਬੰਧੀ ਵੀ ਗੁਰੂ ਘਰ ਨੂੰ ਮੰਨਣ ਵਾਲੇ ਨੇ, ਜਾਣ ਬੂਝ ਕੇ ਬਾਬਰੇ ਤੈਂ ਕਾਜ ਵਿਗਾਰਿਓ। ਜਿਨ੍ਹਾਂ ਸਾਡੇ ਵਰਗਿਆਂ ਛਕਿਆ ਉਹ ਫਾਰਮੈਲਿਟੀ, ਇੱਕ ਰੀਤੀ ਰਿਵਾਜ, ਇੱਕ ਬਸ ਯੂਜ਼ ਟੂ, ਫਾਇਦਾ ਕੋਈ ਨਹੀਂ ਲਿਆ, ਲਾਭ ਕੋਈ ਨਹੀਂ ਲਿਆ। ਗੁਰੂ ਵਾਲੇ ਬਣਨ ਤੋਂ ਬਾਅਦ ਜੋ ਨਾਮ ਅਭਿਆਸ, ਸੋ ਬਾਣੀ ਤੇ ਸ਼ਰਧਾ ਵਿਸ਼ਵਾਸ ਉਹ ਪ੍ਰਾਪਤ ਨਹੀਂ ਕੀਤਾ ਹੈ। ਇੰਜ ਸੋ ਬੁੱਧੀ ਦੀ ਲਿਆਕਤ ਹੁੰਦਿਆਂ ਹੋਇਆਂ ਵੀ
ਕਹਿੰਦੇ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਜਿੰਨਾ ਮਰਜੀ ਬੰਦਾ ਪੰਡਤ ਹੈ, ਪਰ ਉਹ ਪੰਡਤ ਨਹੀਂ ਹੈ, ਸਿਆਣਾ ਨਹੀਂ ਹੈ। ਹੱਥ ਉੱਤੇ ਵੇਖੂਗਾ। ਕਹਿੰਦੇ ਨਾ ਸਿਆਣੇ ਕੋ ਜਾਈਏ, ਉਹ ਸਿਆਣੇ ਸੁਣੇ ਨਹੀਂ, ਉਹ ਮੂਰਖ ਬੰਦੇ ਨੇ ਜਿਹੜੇ ਦੁਨੀਆ ਨੂੰ ਅੰਧ ਵਿਸ਼ਵਾਸ ਵਿੱਚ ਲਾਉਂਦੇ ਨੇ। ਤੁਹਾਡੇ ਘਰ ਆ ਗ੍ਰਹਿ ਹੈ, ਤੁਹਾਡੇ ਘਰ ਉਹ ਗ੍ਰਹਿ ਹੈ, ਤੁਸੀਂ ਇੰਨਾ ਪੈਸਾ ਦਿਓ ਤੁਹਾਡਾ ਉਪਾਅ ਕਰਾਂਗੇ। ਇਹੋ ਜਿਹੇ ਜਿਹੜੇ ਪੰਡਤ ਨੇ, ਸ਼ੰਕਾ ਚ ਪਾਉਣ ਵਾਲੇ, ਜਿਹੜੇ ਸੂਰਮੇ, ਜਿਨ੍ਹਾਂ ਨੂੰ ਗੈਂਗਸਟਰ ਇੰਗਲਿਸ਼ ਦੀ ਅੱਜ ਕੱਲ੍ਹ ਦੀ ਮਾਡਰਨ ਬੋਲੀ 'ਚ ਕਹਿੰਦੇ ਨੇ, ਕਸੋ ਨਮੁਕੀ ਵਾਲੇ ਆ, ਜਿਮ ਜਾਣ ਵਾਲੇ। ਉਹ ਜੇ ਕੋਈ ਕਹੇ ਵੀ ਸੇਵਾ ਕਰੋ ਤੇ ਘੁੱਟ ਪਾਣੀ ਦਾ ਪਿਆ ਕੇ ਨਹੀਂ ਆਪਾਂ ਕਿਸੇ ਨੂੰ ਰਾਜੀ, ਕਹਿਣਾ ਸਾਡੇ ਕੋਲ ਟਾਈਮ ਨਹੀਂ ਹੈ। ਮਹਾਰਾਜ ਨੇ ਦਸਮ ਗ੍ਰੰਥ 'ਚ ਲਿਖਿਆ, ਪਾਣੀ ਕੀ ਮੰਗਤ ਪਾਥਰ ਮੰਗਤ। ਉਹ ਡੰਬਲ ਮਾਰਨੇ ਨੇ, ਦੱਸੋ ਕੀ ਫਾਇਦਾ ਹੋਇਆ। ਉਹ ਭੱਜਣ ਜਾਣਾ ਹੈ ਤੇ ਗੁਰਦੁਆਰੇ ਆ ਕੇ ਭਾਵੇਂ ਗੁਆਂਢੀ ਹੋਏ ਮੱਥਾ ਨਹੀਂ ਟੇਕਣਾ। ਕਾਹਦੀ ਸੈਰ, ਖੋਜ ਪਾਓ ਇਹੋ ਜਿਹੀ ਸੈਰ ਨੂੰ। ਉਹ ਕਾਹਦਾ ਜਿਮ, ਗੁਰੂ ਘਰ ਦੇ ਵਿੱਚ ਘੁੱਟ ਪਾਣੀ ਦਾ ਨਹੀਂ ਬੁਲਾਉਣਾ। ਆਪ ਨਾ ਦੇਹ ਚੁਰੂ ਪਰ ਪਾਣੀ ਤੇ ਨਿੰਦਾ ਜੇ ਗੰਗਾ ਨਹੀਂ। ਮਤਲਬ ਸੇਵਾ ਦਾ ਰੁਝਾਨ ਘਟਿਆ ਹੋਇਆ ਹੈ। ਜਿਹੜੇ ਕੱਪੜੇ ਧੋਣ ਵਾਲੀ, ਭਾਂਡੇ ਮਾਂਜਣ ਵਾਲੀ ਤਾਂ ਬਾਹਰੋਂ ਲਾਈ ਹੋਈ ਹੈ, ਸਾਫ ਸਫਾਈਆਂ ਵਾਲੀ। ਆਪ ਆਪਾਂ ਜਿਮ ਜਾਂਦੇ ਹਾਂ। ਤੇ ਇਸ ਵਾਸਤੇ ਕਾਰ ਦਾ ਡਰਾਈਵਰ ਰੱਖਿਆ ਹੋਇਆ, ਤੇ ਕਿਤੇ ਜਾਣਾ ਆਉਣਾ ਕਾਰ 'ਚ, ਤੇ ਉਹ ਸਾਈਕਲਿੰਗ ਕਰਦੇ ਆ। ਦੱਸੋ, ਘਰ ਦੇ ਵਿੱਚ ਉਹ ਮਸ਼ੀਨਾਂ ਲਾਈਆਂ ਹੋਈਆਂ ਨੇ। ਸੋ ਉਹ ਏਸੀ ਕਮਰੇ 'ਚ ਸੌਂਦੇ ਬਹਿੰਦੇ ਆ ਤੇ ਲੱਭਦੇ ਜੰਗਲ, ਵੀ ਜੰਗਲ ਦੀ ਸੈਰ ਕਰੀਏ। ਤੇ ਇਸ ਵਾਸਤੇ ਜੋ ਨੈਚੁਰਲਿਟੀ ਹੈ, ਜਿਹੜਾ ਪਰਮੇਸ਼ਰ ਨੇ ਬੰਦਾ ਬਣਾਇਆ ਸੀਗਾ, ਉਹ ਜਾਂਗਲੀ ਬੰਦਾ ਸੀਗਾ। ਸਾਇੰਸ ਦੇ ਵਿੱਚ ਆਪਾਂ ਪੜ੍ਹਦੇ ਰਹੇ ਹਾਂ। ਖੈਰ ਇਹ ਗੱਲ ਤਾਂ ਅਸੀਂ ਮੰਨਦੇ ਨੇ ਵੀ ਬਾਂਦਰਾਂ ਤੋਂ ਡਿਵੈਲਪ ਹੋਏ, ਤੇ ਪਰ ਬੰਦਾ ਕੋਠੀ ਵਿੱਚ ਨਹੀਂ ਸੀ ਮਹਾਰਾਜ ਨੇ ਬਣਾਇਆ। ਕੋਠੀਆਂ ਤਾਂ ਆਪਾਂ ਬਣਾ ਲਈਆਂ, ਏਸੀ 'ਚ ਨਹੀਂ ਸੀ ਬੰਦਾ ਬਣਾਇਆ ਮਹਾਰਾਜ ਨੇ। ਕਾਰ ਵਾਲਾ ਬੰਦਾ ਨਹੀਂ ਸੀ ਬਣਾਇਆ, ਹਵਾਈ ਜਹਾਜ਼ ਵਾਲਾ ਨਹੀਂ ਸੀ ਬਣਾਇਆ, ਮਸ਼ੀਨਾਂ ਵਾਲਾ ਬੰਦਾ ਨਹੀਂ ਸੀ ਬਣਾਇਆ। ਬੰਦਾ ਕਿਰਤ ਕਰਨ ਵਾਲਾ ਬਣਾਇਆ ਸੀਗਾ, ਜੰਗਲ 'ਚ ਰਹਿਣ ਵਾਲਾ ਬਣਾਇਆ ਸੀਗਾ। ਸਾਡੇ ਗੁਰੂ ਪੀਰ ਵੇਖੋ ਕਿੰਨੀ ਤਪੱਸਿਆ ਕਰ ਗਏ। ਉਹਨਾਂ ਦੀਆਂ ਸਾਖੀਆਂ ਪੜ੍ਹ ਕੇ ਕੰਨਾਂ ਨੂੰ ਹੱਥ ਲੱਗਦੇ ਨੇ ਕਿ ਜੇ ਕਿਸੇ ਅਸੀਂ ਉਦੋਂ ਮਹਾਰਾਜ ਦੇ ਸਿੱਖ ਹੁੰਦੇ, ਇਹੋ ਜਿਹਾ ਮੈਟ ਕਿੱਥੇ ਲੱਭਣਾ ਸੀਗਾ। ਆਪਾਂ ਕਹਿਣਾ ਸਾਡੇ ਕੋਲ ਤਾਂ ਨਹੀਂ ਗੁਰਦੁਆਰੇ ਬੈਠਾ ਜਾਂਦਾ ਜੀ। ਉਹੋ ਜਿਹੀਆਂ ਕੁਰਸੀਆਂ ਸੋਫੇ ਕਿੱਥੇ ਲੱਭਣੇ ਸੀਗੇ। ਆਪਾਂ ਕਹਿਣਾ ਆਪਾਂ ਤਾਂ ਪੁੰਜੇ ਚੌਂਕੜਾ ਮਾਰ ਹੀ ਨਹੀਂ ਸਕਦੇ ਵੀ ਆਪਣੀ ਤਾਂ ਸਤਿ ਸ੍ਰੀ ਅਕਾਲ ਜੀ। ਨਾ ਸੋਫੇ ਲੱਗਣ, ਨਾ ਮੈਟ ਵਿਛੇ। ਤੋ ਅੱਜ ਕੱਲ੍ਹ ਵਰਗੇ ਲੰਗਰ ਕਿੱਥੇ ਸੀਗੇ। ਭਾਈ ਮਰਦਾਨਾ ਜੀ ਹੈ ਜਿਹੜਾ ਮਹਾਰਾਜ ਨਾਲ ਉੱਪਰ ਆਪਣੀ ਕੱਢ ਗਿਆ। ਆਪਾਂ ਤਾਂ ਉਸੇ ਵੇਲੇ ਕਹਿਣਾ ਸੀ ਮਹਾਰਾਜ ਸਾਤੋਂ ਤਾਂ ਨਹੀਂ ਨਿਭਦਾ। ਤੋ ਕਹਿਣ ਦਾ ਭਾਵ ਇਹ ਹੈ ਕਿ ਪਰਮੇਸ਼ਰ ਨੇ ਜਿਸ ਤਰ੍ਹਾਂ ਦਾ ਮਨੁੱਖ ਬਣਾਇਆ ਸੀਗਾ, ਵੈਸੇ ਹੁਣ ਸਾਰੇ ਉਸ ਤਰ੍ਹਾਂ ਦਾ ਸੁਭਾਅ ਚਾਹੁੰਦੇ ਹਨ। ਪੁਰਾਣੇ ਘਰਾਂ ਵੱਲ ਤੇ ਉਹ ਮਾਲ ਬਣਾਏ ਹੋਏ ਨੇ, ਉਹ ਵਿਜ਼ਿਟਿੰਗ ਪਲੇਸ ਬਣਾਏ ਹੋਏ ਨੇ, ਜਿੱਥੇ ਚਰਖੇ ਚੁਰਖੇ ਰੱਖ ਕੇ ਖੂਹ ਖਾਂ ਬਲਦਾਂ ਦੀਆਂ ਫੋਟੋਆਂ ਬਣਾ ਕੇ ਆਪਦੇ ਨਿਆਣਿਆਂ ਨੂੰ ਸਮਝਾਉਂਦੇ ਨੇ। ਪਰ ਸਾਡੇ ਘਰਾਂ ਵਿੱਚੋਂ ਉਹ ਚੀਜ਼ਾਂ ਲੁਪਤ ਹੋ ਰਹੀਆਂ। ਮੈਂ ਤਖਤ ਦਮਦਮਾ ਸਾਹਿਬ ਗਿਆ, ਸਾਡਾ ਰੁਝਾਨ ਕੀ ਹੈ ਵੀ ਪੁਰਾਣੇ ਕੋਠੇ, ਪੁਰਾਣੀਆਂ ਚੀਜ਼ਾਂ ਢਾਹ ਦਿਓ, ਨਵੀਆਂ ਵਧੀਆ ਵਧੀਆ ਕੋਠੀਆਂ ਦੇ ਨਕਸ਼ੇ ਬਾਹਰ ਇੰਗਲੈਂਡ ਤੋਂ ਲੈ ਕੇ ਆਓ, ਕਿਉਂਕਿ ਉੱਥੇ ਜਗ੍ਹਾ ਨਹੀਂ ਮਿਲਦੀ। ਪੈਸਾ ਜ਼ਰੂਰ ਹੈ, ਇੱਥੇ ਵਧੀਆ ਵਧੀਆ ਨਕਸ਼ੇ ਬਣਾਓ। ਦਮਦਮਾ ਸਾਹਿਬ ਮੈਂ ਵੇਖਿਆ, ਸਾਰੇ ਪਿੰਡ 'ਚ ਘੁੰਮਿਆ, ਕਿਉਂਕਿ ਦਰਸ਼ਨ ਕਰਨ ਜਾਈਦਾ ਭਾਈ ਡੱਲੇ ਦੀ ਹਵੇਲੀ। ਦੁਨੀਆ ਉੱਥੇ ਗੇਟ 'ਤੇ ਖੜ੍ਹ ਕੇ ਵੇਟ ਕਰਦੀ ਹੈ ਪਰਿਵਾਰਕ ਮੈਂਬਰਾਂ ਦੀ ਕਿ ਕਦੋਂ ਆ ਕੇ ਸਾਨੂੰ ਦਰਸ਼ਨ ਕਰਾਉਂਦੇ ਨੇ। ਉਹ ਜਿਸ ਤਰ੍ਹਾਂ ਦੀ ਡੱਲੇ ਦੀ ਹਵੇਲੀ ਪੁਰਾਤਨ ਸੀਗੀ, ਉਸ ਤਰ੍ਹਾਂ ਦੇ ਗੇਟ ਉਹ ਸਾਰਿਆਂ ਨੇ ਆਪਦੇ ਉਸ ਤਰ੍ਹਾਂ ਦੇ ਗੇਟ ਬਣਾਏ ਨੇ। ਪੁਰਾਤਨਤਾ ਨੂੰ ਕਾਇਮ ਰੱਖਿਆ ਹੋਇਆ ਹੈ। ਹੁਣ ਥੋੜ੍ਹੀ ਜਿਹੀ ਸਾਡੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਸਮਝ ਆਈ ਹੈ ਵੀ ਜਿਹੜੀ ਪੁਰਾਤਨਤਾ ਹੈ ਇਹ ਕੁਝ ਵਿਸ਼ੇਸ਼ ਹੈ। ਮੈਂ ਹਰਿਮੰਦਰ ਸਾਹਿਬ ਦੀਆਂ, ਦਰਬਾਰ ਸਾਹਿਬ ਦੀਆਂ ਪਰਿਕਰਮਾ ਹੀ ਹਮੇਸ਼ਾ ਵੇਖਦਾ ਰਹਿੰਦਾ। ਸਾਡੇ ਵਹਿੰਦਿਆਂ ਉਹ ਬਹੁਤ ਜ਼ਿਆਦਾ ਸੁੰਦਰ ਕਢਾਈ ਵਾਲੀਆਂ ਪਰਿਕਰਮਾ ਹੁੰਦੀਆਂ ਸਨ, ਤੇ ਹੁਣ ਸਾਰੀਆਂ ਹੀ ਚੱਟੀਆਂ ਬਿਨਾਂ ਕਢਾਈ ਤੋਂ।
क्योंकि मेहनत करने वाले मिस्त्री नहीं लभदे, ਜਿਹੜੇ ਨਕਾਸ਼ ਉਹ ਜਿਨ੍ਹਾਂ ਨੇ ਕੰਧਾਂ ਦੇ ਉੱਪਰ ਚਿੱਤਰਕਾਰੀ ਕੀਤੀ ਹੋਈ ਹੈ, ਪੁਰਾਤਨ ਨਕਾਸ਼ ਬੜੀ ਸੁੰਦਰ ਮੀਨਾਕਾਰੀ ਵਾਲੇ। ਅੱਜ ਕੱਲ੍ਹ ਇੰਨੀ ਮਿਹਨਤ ਨਹੀਂ, ਤੋ ਇੰਨਾ ਸਮਾਂ ਨਹੀਂ, ਇੰਨਾ ਪੈਸਾ ਨਹੀਂ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜੋ ਪੁਰਾਤਨ ਚੀਜ਼ਾਂ ਸਨ ਉਹ ਬਹੁਤ ਵਿਸ਼ੇਸ਼ ਸਨ। ਪੁਰਾਤਨ ਸਰੀਰ ਵੀ ਚੜ੍ਹਦੀ ਕਲਾ ਵਾਲੇ ਸਨ। ਅੱਜ ਅਸੀਂ ਆਪਦੇ ਵਿਰਸੇ ਨੂੰ ਭੁੱਲੇ ਹੋਏ ਹਾਂ। ਜੋ ਮਹਾਰਾਜ ਨੇ ਸਾਨੂੰ ਕੁਦਰਤ ਦਿੱਤੀ ਸੀ ਉਹਦੇ ਤੋਂ ਦੂਰ ਚਲੇ ਗਏ ਹਾਂ ਤਾਂ ਆਪਾਂ ਦੁੱਖ ਭੋਗ ਰਹੇ ਹਾਂ। ਇਸ ਵਾਸਤੇ ਜਿਹੜੀ ਚੀਜ਼ ਸੁੱਖ ਵਾਲੀ ਹੈ ਉਹਨੂੰ ਦੁੱਖ ਵਾਲੀ ਮੰਨਿਆ ਹੋਇਆ, ਜਿਹੜੀ ਦੁੱਖ ਵਾਲੀ ਹੈ ਉਹਨੂੰ ਸੁੱਖ ਵਾਲੀ ਮੰਨੀ ਬੈਠੇ ਹਾਂ। ਦੁੱਖ ਦਾਰੂ ਸੁੱਖ ਰੋਗ ਪਿਆ, ਜਾ ਸੁੱਖ ਤਾਮ ਨਾ ਹੋਈ। ਚੰਗਾ ਭਲਾ ਜਾਣਦਿਆਂ ਬੁੱਝਦਿਆਂ ਸਿਆਣੇ ਬਣ ਕੇ ਵੀ ਤੇ ਮੂਰਖ ਮੁਗਧ ਤੇ ਗਵਾਰ ਬਣੇ ਹੋਏ ਹਾਂ। ਨੀਂਬ ਪਇਓ ਆਂਬ। ਇਸੇ ਪ੍ਰਕਾਰ ਦਾ ਦ੍ਰਿਸ਼ਟਾਂਤ ਸਮਝਣਾ ਕਿ ਇਹ ਭਾਈ ਜੀਵਾਂ ਨੇ ਨਿੰਮ ਵਰਗੇ ਕੌੜੇ ਦੁਖਦਾਈ ਸਕਾਮ ਕਰਮਾਂ ਨੂੰ ਅੰਬ ਵਾਂਗ ਮਿੱਠੇ ਨਿਸ਼ਕਾਮ ਕਰਮ ਸਮਝਿਆ ਹੋਇਆ ਹੈ। ਆਂਬ ਭਇਓ ਨੀਂਬਾ। ਅਤੇ ਅੰਬ ਵਾਂਗ ਮਿੱਠੇ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੇ ਨਿਸ਼ਕਾਮ ਕਰਮਾਂ ਨੂੰ ਨਿੰਮ ਵਰਗੇ ਕੌੜੇ ਦੁਖਦਾਈ ਸਕਾਮ ਕਰਮ ਸਮਝਿਆ ਹੋਇਆ ਹੈ। ਇਸ ਤਰ੍ਹਾਂ ਦੀ ਉਲਟੀ ਸਮਝ ਹੋਣ ਕਰਕੇ ਹੀ ਸੋ ਕਹਿੰਦੇ ਹਨ ਕਿ ਜੀਵ ਮੂਰਖ ਮੁਗਧ ਗਵਾਰ ਨੇ, ਮੂਰਖਤਾਈ ਦੇ ਸਹਿਤ ਨੇ। ਇਸੇ ਕਰਕੇ ਕੇਲਾ ਪਾਕਾ ਝਾਰ। ਜੀਵਾਂ ਨੇ ਕੇਲੇ ਦੀ ਤਰ੍ਹਾਂ ਮਿੱਠੇ ਪਰਮੇਸ਼ਰ ਦੇ ਨਾਮ ਨੂੰ ਪੱਕੇ ਮਲੇ ਦੇ ਬੇਰ ਵਾਂਗ ਗਲ ਕੋਟੋ ਦੁਖਦਾਈ ਸਮਝਿਆ ਹੋਇਆ ਹੈ, ਜਾਂ ਮਲੇ ਝਾੜੀ ਦੇ ਗਲ ਕੋਟੂ ਬੇਰ ਦੀ ਤਰ੍ਹਾਂ ਦੁਖਦਾਈ ਕਾਮ ਨੂੰ ਕੇਲੇ ਦੀ ਤਰ੍ਹਾਂ ਮਿੱਠਾ ਸਮਝਿਆ ਹੋਇਆ ਹੈ। ਇਸ ਕਰਕੇ ਜੀਵ ਮੁਗਧ ਹਨ। ਨਾਲੀਰ ਫਲ ਸੇ ਬਰ ਪਾਕਾ। ਜਿਵੇਂ ਨਾਲੀਅਰ ਦਾ ਫਲ ਉੱਪਰੋਂ ਕਰੜਾ ਸਖਤ ਹੁੰਦਾ, ਅੰਦਰੋਂ ਮਿੱਠਾ ਤੇ ਰਸ ਦਾ ਭਰਿਆ ਹੁੰਦਾ ਹੈ, ਤਿਵੇਂ ਤੁਹਾਨੂੰ ਅੰਮ੍ਰਿਤ ਵੇਲੇ ਉੱਠ ਕੇ ਸਤ ਸੰਗਤ ਵਿੱਚ ਜਾ ਕੇ ਸਾਧਨ ਕਰਨੇ ਬੜੇ ਸਖਤ ਪ੍ਰਤੀਤ ਹੁੰਦੇ ਨੇ। ਪੁਰਾਣਾ ਸਮਾਂ ਸੀਗਾ, ਸਰੋਵਰਾਂ ਦੇ ਉੱਪਰ ਨਦੀਆਂ ਦਰਿਆਵਾਂ 'ਚ ਜਾ ਕੇ ਲੋਕ ਨਹਾਉਂਦੇ ਹੁੰਦੇ ਸੀਗੇ, ਤੇ ਅੱਜ ਕੱਲ੍ਹ ਕਮਰੇ ਦੇ ਵਿੱਚ ਹੀ ਵਾਸ਼ਰੂਮ ਹੈ। ਤੇ ਫਿਰ ਵੀ ਆਪਾਂ ਅਜੇ ਸੋਚਦੇ ਹਾਂ ਵੀ 6 ਨਹੀਂ ਵਜੇ, ਸੂਰਜ ਚੜ੍ਹ ਜਾਏ ਫੇਰ ਹੀ ਉੱਠਾਂਗੇ। ਸੋ ਚਾਹੀਦਾ ਤਾਂ ਇਹ ਸੀਗਾ ਕਿ ਅੱਧੀ ਰਾਤ ਨਦੀ 'ਤੇ ਨਹਾਉਣਾ ਔਖਾ ਮੰਨਿਆ, ਤੇ ਹੁਣ ਕਮਰੇ ਵਿੱਚ ਹੈ ਤੇ ਹੁਣ ਜੇ ਆਪਾਂ 12-1 ਵਜੇ ਇਸ਼ਨਾਨ ਕਰ ਸਕਦੇ ਹਾਂ। ਪਰ ਐਸਾ ਨਹੀਂ, ਉਹ ਜਿੰਨਾ ਵੀ ਸੁੱਖ ਰੱਬ ਨੇ ਦਿੱਤਾ ਉਹਨਾਂ ਆਲਸ ਪੈ ਗਿਆ ਜ਼ਿਆਦਾ। ਤੋ ਇਸ ਲਈ ਜਿਹਨੂੰ ਦੁੱਖ ਮੰਨਿਆ ਸੀਗਾ ਤੇ ਉਹ ਸੁੱਖ ਵਾਲਾ ਸੀਗਾ, ਸਰੀਰ ਤੰਦਰੁਸਤ ਰਹਿੰਦੇ ਸੀਗੇ, ਤੇ ਹੁਣ ਜਿਹਨੂੰ ਆਪਾਂ ਸੁੱਖ ਮੰਨਿਆ ਹੋਇਆ ਹੈ ਉਹਨਾਂ ਕਰਕੇ ਦੁਖੀ ਹਾਂ। ਸਤਸੰਗਤ ਰੂਪ ਨੀਲੇਰ ਫਲ ਪੱਕੇ ਸਿਮਲਵਤ ਸਾਨੂੰ ਦੁਖਦਾਈ ਪ੍ਰਤੀਤ ਹੋ ਰਿਹਾ ਹੈ, ਤੇ ਕੁਸੰਗਤ ਰੂਪ ਪੱਕੀਆਂ ਸਿਮਲ ਨਾਲੀਅਰ ਵਤ ਸੁਖਦਾਈ ਪ੍ਰਤੀਤ ਹੋ ਰਿਹਾ ਹੈ। ਜਾਂ ਜਿਵੇਂ ਨਾਲੀਅਰ ਦਾ ਫਲ ਉੱਪਰੋਂ ਸਖਤ ਤੇ ਅੰਦਰੋਂ ਮਿੱਠਾ ਤੇ ਰਸ ਦਾ ਭਰਿਆ ਹੁੰਦਾ, ਤਿਵੇਂ ਸਤਸੰਗਤ ਰੂਪ ਨੀਲੇਰ ਫਲ ਅੰਮ੍ਰਿਤ ਵੇਲੇ ਉੱਠ ਕੇ ਸਾਧਨ ਕਰਨੇ ਕਰਕੇ ਕਠਿਨ ਪ੍ਰਤੀਤ ਹੁੰਦਾ ਹੈ। ਮੈਂ ਤਾਂ ਇੰਨਾ ਕੀ ਮੰਨਿਆ ਵੀ ਉੱਠਣਾ ਹੀ ਔਖਾ ਹੈ। ਸਿਰਫ 5-7 ਮਿੰਟਾਂ ਦੀ ਔਖਿਆਈ ਹੁੰਦੀ ਹੈ, ਉਹ ਤੋਂ ਬਾਅਦ ਇਨਸਾਨ ਨੂੰ ਜਿਹੜੀਆਂ ਫੀਲਿੰਗਸ ਹੁੰਦੀਆਂ ਨੇ, ਜਿਸ ਤਰ੍ਹਾਂ ਮਰਜ਼ੀ ਔਖਾ ਸੌਖਾ ਹੋਵੇ, ਪਰ ਉਹ ਫੀਲਿੰਗਸ ਸੁੱਖ ਵਾਲੀਆਂ ਹੁੰਦੀਆਂ ਨੇ। ਦੁਨੀਆ 'ਚ ਇੱਕੋ ਕੰਮ ਹੈ ਜਿਹੜਾ ਕਰਕੇ ਪਛਤਾਉਣਾ ਨਹੀਂ ਪੈਂਦਾ, ਉਹ ਹੈ ਅੰਮ੍ਰਿਤ ਵੇਲੇ ਦਾ ਇਸ਼ਨਾਨ। ਉਹ ਸਾਰੇ ਕੰਮ ਕਰਕੇ ਤੁਸੀਂ ਪਛਤਾਓਗੇ, ਤੇ ਅੰਮ੍ਰਿਤ ਵੇਲੇ ਉੱਠਣਾ ਥੋੜ੍ਹਾ ਜਿਹਾ ਔਖਾ, ਪਰ ਜੇ ਉੱਠ ਕੇ ਬੰਦਾ ਨਹਾ ਲਊਗਾ ਉਹ ਕਦੀ ਪਛਤਾਊਗਾ ਨਹੀਂ, ਕਹੂਗਾ ਕਿ ਸਹੀ ਹੋਇਆ, ਹੁਣ ਕੱਲ੍ਹ ਵੀ ਇਸੇ ਤਰ੍ਹਾਂ ਹੋਵੇ। ਇਉਂ ਕਠਿਨ ਪ੍ਰਤੀਤ ਤਾਂ ਹੁੰਦੇ ਨੇ, ਪਰ ਹੋਏ ਸੁੱਖ ਵਾਲੇ। ਅੰਦਰੋਂ ਨਾਮ ਰੂਪ ਮਿਠਾਸ ਤੇ ਬ੍ਰਹਮਾਨੰਦ ਰੂਪ ਰਸ ਭਰਨ ਵਾਲਾ ਹੈ ਜਿਹੜਾ ਅੰਮ੍ਰਿਤ ਵੇਲਾ। ਹਰ ਅੰਮ੍ਰਿਤ ਵੇਲਾ ਵਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਖੁੱਟੇ ਨਾਹੀ।
ਸੇਬਰ ਭਾਕਾ, ਜਿਵੇਂ ਪੱਕਿਆ ਹੋਇਆ ਸਿਮਲ ਰੂਹ ਬਣ ਕੇ ਅਸਮਾਨ ਵੱਲ ਉੱਡ ਜਾਂਦਾ, ਤਿਵੇਂ ਕੁਸੰਗਤ ਕਰਨ ਵਾਲਾ ਪੁਰਖ ਸੰਸਾਰ ਤੋਂ ਵਾਸ਼ਨਾ ਰੂਪ ਰੂਹ ਦੇ ਸਹਿਤ ਪਰਲੋਕ ਵੱਲ ਨੂੰ ਉੱਡ ਜਾਂਦਾ, ਭਾਵ ਚਲਿਆ ਜਾਂਦਾ ਹੈ। ਜਾਂ ਨਰੇਲ ਫਲ ਦੀ ਤਰ੍ਹਾਂ ਸਤ ਸੰਗਤ ਨੂੰ ਛੱਡ ਕੇ ਪੱਕੇ ਸਿਮਲ ਵਾਂਗ ਕੁਸੰਗਤ ਨੂੰ ਚੰਗਾ ਸਮਝਿਆ ਹੋਇਆ ਹੈ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਅਵਸਰ ਆਪਣਾ ਬੁਝੇ ਨਾ ਆਇਆ। ਕੋਈ ਸੰਗਤ ਵੱਲ ਭੱਜ ਜਾਂਦਾ ਹੈ, ਸੰਗਤ ਵਿੱਚ ਆਉਂਦਾ ਨਹੀਂ। ਇਸ ਕਰਕੇ ਜੀਵ ਮੂਰਖ ਮੁਗਧ ਗਵਾਰ ਬੇਸਮਝ ਲੋਕ ਹਨ, ਪਰਮਾਰਥ ਦੀ ਸਮਝ ਤੋਂ ਰਹਿਤ ਨੇ। ਕਹਿਣ ਤੋਂ ਭਾਵ ਇਹ ਹੈ, ਜਿਹਨੂੰ ਅਕਲ ਨਾ ਹੋਵੇ ਤੇ ਸਿੱਖਿਆ ਦਿੱਤੇ ਅਕਲ ਆ ਜਾਏ, ਉਹਨੂੰ ਤਾਂ ਕਹਿੰਦੇ ਨੇ ਮੂਰਖ ਹੈ। ਆਪੋਂ ਅਕਲ ਨਾ ਹੋਵੇ ਪਰ ਸਮਝਾਇਆ ਸਮਝ ਆਏ। ਜਿਹਨੂੰ ਸਿੱਖਿਆ ਦੇ ਕੇ ਅਕਲ ਦਈਏ ਪਰ ਅਕਲ ਫਿਰ ਵੀ ਨਾ ਆਵੇ, ਉਹ ਮੁਗਧ ਹੁੰਦਾ। ਜਿਹਨੂੰ ਕੋਈ ਵੀ ਸਿੱਖਿਆ ਦਈਏ ਪਰ ਅੱਗੋਂ ਟਿੱਚਰ ਕਰੇ, ਮਖੌਲ ਕਰੇ, ਉਹ ਗਵਾਰ ਹੁੰਦਾ ਹੈ। ਇਉਂ ਜੀਵ ਇਹਨਾਂ ਦੀ ਬਿਰਤੀ ਮੂਰਖਾਂ ਵਾਲੀ ਤਾਂ ਹੈ ਹੀ ਹੈ, ਅੱਗੇ ਮੁਗਧ ਦੇ ਗਵਾਰਾਂ ਵਾਲੀ ਬਣਾਈ ਹੋਈ ਹੈ। ਟਿੱਚਰਾਂ ਕਰਦੇ ਨੇ। ਠੇਕੇ 'ਤੇ ਜਾਂਦਿਆਂ ਸ਼ਰਾਬੀ ਬੰਦੇ ਨੂੰ ਮਖੌਲ ਹੋਣਾ ਚਾਹੀਦਾ ਵੀ ਆਹ ਵੇਖੋ ਠੇਕੇ 'ਤੇ ਚੱਲਿਆ, ਪਰ ਮਖੌਲ ਕਿਹਨੂੰ ਹੁੰਦਾ? ਉਹ ਵੇਖੋ ਗੁਰਦੁਆਰੇ ਚੱਲਿਆ, ਉਹ ਵੇਖੋ ਉਹਨੇ ਅੰਮ੍ਰਿਤ ਛਕ ਲਿਆ, ਉਹ ਵੇਖੋ ਇਹ ਜੂੜੇ ਵਾਲਾ। ਮਤਲਬ ਜਿਹੜੇ ਕੇਸਾਧਾਰੀ ਨੇ ਜਾਂ ਦਾੜਾ ਆਦਿਕ ਰੱਖਿਆ ਹੋਇਆ, ਤੇ ਚੰਗੇ ਭਲੇ ਸਿੱਖਾਂ ਦੇ ਪਰਿਵਾਰ ਵੀ ਮਖੌਲ ਕਰਦੇ ਨੇ। ਲੈ ਹੁਣੇ ਬਾਬਾ ਬਣ ਗਿਆ, ਅੱਜ ਤਾਂ ਵਿਆਹ ਵੀ ਨਹੀਂ ਹੋਇਆ। ਦੱਸੋ, ਕਮਾਲ ਹੋ ਗਈ। ਇਹ ਕੋਈ ਮਖੌਲ ਦੀ ਗੱਲ ਥੋੜ੍ਹਾ ਆ, ਕੋਈ ਮਾੜੀ ਗੱਲ ਥੋੜ੍ਹਾ। ਮਖੌਲ ਤਾਂ ਉਹਦਾ ਹੋਣਾ ਚਾਹੀਦਾ ਵੀ ਆਹ ਵੇਖੋ ਜਨਾਨੀ ਬਣਿਆ ਹੋਇਆ, ਰੱਬ ਨੇ ਬੰਦਾ ਬਣਾਇਆ, ਦਾੜੀ ਕੱਟ ਕੇ ਵੇਖੋ ਕੀ ਬਣਿਆ ਹੋਇਆ। ਪਰ ਨਹੀਂ, ਕਦੀ ਉਹਨੂੰ ਮਖੌਲ ਨਹੀਂ ਕਰਨਗੇ। ਉਹ ਵੇਖ ਉਹਨੇ ਜੂੜਾ ਵਡਾਇਆ ਹੋਇਆ ਸਿੱਖਾਂ ਦੇ ਘਰ ਜਨਮ ਲੈ ਕੇ, ਬਿਲਕੁਲ ਨਹੀਂ ਕਹਿਣਗੇ। ਇਹੀ ਕਹਿਣਗੇ ਉਹ ਵੇਖੋ ਕਿੱਡਾ ਵੱਡਾ ਪਕੜ ਬੰਨਿਆ ਹੋਇਆ ਮਾਂ ਵਾਲਾ। ਹੁੰਦਾ ਇਸੇ ਤਰ੍ਹਾਂ ਹੀ। ਗੁਰਦੁਆਰੇ ਜਾਂਦਿਆਂ ਹੀ ਕਹਿਣਗੇ ਵੀ ਉਹ ਬੰਦਾ ਵੇਖੋ ਗੁਰਦੁਆਰੇ ਜਾ ਰਿਹਾ, ਠੇਕੇ ਵਾਲੇ ਦੀ ਕੋਈ ਵਿਚਾਰ ਨਹੀਂ ਹੋਊਗੀ। ਤੇ ਇਸ ਲਈ ਜਿਹੜਾ ਸੱਥ 'ਚ ਬੈਠੂਗਾ, ਹੱਸੂ ਖੇਡੂਗਾ, ਉਹੀ ਸਭਨਾਂ ਨੂੰ ਚੰਗਾ ਲੱਗੇਗਾ। ਤੋ ਜਿਹੜਾ ਸਮਝ ਲਓ ਨਾਮ ਬਾਣੀ ਦੇ ਵਿੱਚ ਆਪਣੇ ਆਪ ਦੇ ਵਿੱਚ ਉਹਨੂੰ ਕਹਿੰਦੇ ਵੀ ਇਹ ਤਾਂ ਹੰਕਾਰੀ ਹੈ ਜੀ, ਇਹ ਤਾਂ ਕਿਸੇ ਨਾਲ ਮਿਲਦਾ ਹੀ ਨਹੀਂ, ਤਾਂ ਬੋਲਦਾ ਹੀ ਨਹੀਂ। ਤੋ ਦੁਨੀਆ ਦੀ ਉਲਟੀ ਰੀਤੀ ਹੈ। ਇਹ ਮੂਰਖ ਮੁਗਧ ਦੇ ਗਵਾਰ ਬੇਸਮਝਾਂ ਵਾਲੀ ਗੱਲ ਹੈ। ਹਰ ਭਇਓ ਖੰਡ, हे ਭਾਈ ਹਰੀ ਪਰਮੇਸ਼ਰ ਖੰਡ ਰੂਪ ਹੋਇਆ ਹੈ, ਜੋ ਕਿ ਰੇਤ ਮਹ ਬਿਖਰਿਓ, ਮਾਇਆ ਰੂਪੀ ਰੇਤ, ਸੰਸਾਰ ਰੂਪੀ ਰੇਤ ਵਿੱਚ ਖਿੰਡਿਆ ਮਿਲਿਆ ਹੋਇਆ। ਭਾਵ ਅਨਾਤਮਾ ਵਿੱਚ ਪਰਾਤਮਾ ਮਿਲਿਆ ਹੋਇਆ, ਪਰਮਾਤਮਾ ਅਨਾਤਮਾ ਵਿੱਚ ਮਿਕਸਅਪ ਹੋਇਆ ਹੈ। ਹਸਤੀ ਚੁਣਿਓ ਨ ਜਾਈ, ਉਹ ਹੰਕਾਰ ਰੂਪ ਹਾਥੀ ਤੋਂ ਚੁਣ ਕੇ ਖੰਡ ਖਾਧੀ ਨਹੀਂ ਜਾ ਸਕਦੀ। ਜਿਵੇਂ ਹਾਥੀ ਕੋਲੋਂ ਰੇਤੇ ਵਿੱਚੋਂ ਸੁੰਡ ਨਾਲ ਚੁਣ ਕੇ ਖੰਡ ਨਹੀਂ ਖਾਧੀ ਜਾ ਸਕਦੀ, ਇਸੇ ਤਰ੍ਹਾਂ ਮਨ ਦਾ ਹਾਥੀ ਬਣਿਆ ਹੋਇਆ। ਮਨ ਤੋਂ ਮੈਗਲ ਹੋਏ ਰਹੇ, ਉਹ ਨਿਕਸੂ ਕਿਉਂ ਕਹਿ ਜਾਏ। ਮੁਗ ਕਬੀਰ ਮੁਗ ਦੁਆਰਾ ਹੱਥ ਨੀਕਾ ਨਾਨਾ ਹੋਏ ਸੋ ਜਾਏ। ਸੋ ਦਰਵਾਜ਼ੇ ਦਾ ਵੀ ਦ੍ਰਿਸ਼ਟਾਂਤ ਦਿੱਤਾ, ਇੱਥੇ ਖੰਡ ਦਾ ਹੈ। ਕਹਿੰਦੇ ਮਨ ਰੂਪ ਹਾਥੀ ਦੇ ਪਾਸੋਂ ਹਉਮੈ ਦੀ ਅਸਤੂਲਤਾ ਰੂਪ ਸੁੰਡ ਨਾਲ ਜਾਂ ਹੰਕਾਰ ਵਾਲੇ ਸਾਧਨ ਕਾਰਨ ਹਰੀ ਰੂਪ ਖੰਡ ਚੁਣ ਕੇ ਨਹੀਂ ਖਾਧੀ ਜਾ ਸਕਦੀ। ਤੇ ਹੇ ਕਬੀਰ ਜੀ, ਹਰੀ ਰੂਪ ਖੰਡ ਨੂੰ ਚੁਣ ਕੇ ਖਾਣ ਦਾ ਕੋਈ ਉਪਾਅ ਦੱਸੋ। ਕਹਿ ਕਮੀਰਾ ਕੁਲ ਜਾਤ ਪਾਦ ਤਜ, ਇੱਥੇ ਕਬੀਰ ਬੱਬੇ ਨਾਲ ਨਹੀਂ ਮੰਮੇ ਨਾਲ ਕਮੀਰ ਹੈ। ਜੋ ਲਿਖਿਆ ਸੋਈ ਸਹੀ ਜਾਣਨਾ ਹੈ, ਉਸੇ ਤਰ੍ਹਾਂ ਹੀ ਪਾਠ ਕਰਨਾ ਹੈ। ਕਮੀਰ ਦਾ ਭਾਵ ਵੀ ਭਗਤ ਕਬੀਰ ਜੀ ਤੋਂ ਹੈ। ਭਗਤ ਕਬੀਰ ਜੀ ਇਹ ਕਹਿ ਰਹੇ ਨੇ ਕਿ ਆਪਣੀ ਉੱਚੀ ਕੁਲ ਜਾਤੀ ਦੇ
ਭਾਂਤ ਪੰਕਤੀ ਸ਼੍ਰੇਣੀ ਆਦਿ ਦਾ ਮਾਣ ਛੱਡ ਕੇ ਚੀਟੇ ਹੋਏ ਚੁਨ ਖਾਈ ਕੀੜੀ ਭਾਵ ਨਿਮਰਤਾ ਵਾਲੀ ਬਿਰਤੀ ਦੇ ਸਹਿਤ ਹੋ ਕੇ ਜਾਂ ਬ੍ਰਹਮਾਗਾਰ ਬਿਰਤੀ ਰੂਪ ਕੀੜੀ ਹੋ ਕੇ ਹਰੀ ਰੂਪ ਖੰਡ ਮਾਇਆ ਸੰਸਾਰ ਰੂਪ ਰੇਤੇ ਵਿੱਚੋਂ ਚੁਣ ਕੇ ਖਾਧੀ ਜਾ ਸਕਦੀ ਹੈ। ਇਸੇ ਤਰ੍ਹਾਂ ਜਿਵੇਂ ਕਈ ਲੋਕ ਮਹਾਰਾਜ ਕਹਿੰਦੇ ਨੇ ਹਰ ਭਇਓ ਖਾਂਡ ਰੇਤ ਮਹ ਬਿਖਰਿਓ। ਜੇ ਖੰਡ ਰੇਤ ਵਿੱਚ ਡੁੱਲ ਜਾਏ ਤਾਂ ਉਸ ਖੰਡ ਨੂੰ ਰੇਤ ਸਮੇਤ ਇੱਕ ਬਰਤਨ 'ਚ ਇਕੱਠੀ ਪਾ ਕੇ ਤੇ ਫਿਰ ਵਿੱਚ ਪਾਣੀ ਪਾ ਦਿੰਦੇ ਨੇ। ਕੁਝ ਸਮੇਂ ਬਾਅਦ ਖੰਡ ਪਾਣੀ 'ਚ ਘੁਲ ਕੇ ਸ਼ਰਬਤ ਦਾ ਰੂਪ ਬਣ ਜਾਂਦੀ ਹੈ ਤੇ ਰੇਤਾ ਥੱਲੇ ਬੈਠ ਜਾਂਦਾ ਹੈ। ਹਸਤੀ ਚੁਨਿਓ ਨ ਜਾਈ ਜੇ ਹਾਥੀ ਬਣ ਕੇ ਹੰਕਾਰੀ ਹੋ ਕੇ ਆਪਦੀ ਮਨ ਰੂਪੀ ਸੁੰਡ ਦੇ ਨਾਲ ਚੁੱਕਣਾ ਚਾਹੇਗਾ ਤੇ ਉਹ ਮਿਠਾਸ ਨਹੀਂ ਆ ਸਕਦੀ ਹੈ। ਕੋਈ ਵੀ ਕੰਮ ਤਰੀਕੇ ਨਾਲ ਹੁੰਦਾ ਹੈ, ਮਰਿਆਦਾ ਨਾਲ ਹੁੰਦਾ ਹੈ। ਇਉਂ ਸੋ ਜੇ ਰੇਤ 'ਚ ਖੰਡ ਖਿਲਰ ਗਈ ਹੈ ਤਾਂ ਕਬੀਰ ਜੀ ਕਹਿੰਦੇ ਵੀ ਜਾਤ ਪਾਤ ਦਾ ਹੰਕਾਰ ਛੱਡ ਕੇ ਕੀੜੀ ਬਣ ਕੇ ਚੁਣ ਕੇ ਖਾ ਸਕਦਾ, ਜਾਂ ਪਾਣੀ ਪਾ ਕੇ ਉਹ ਬਰਤਨ 'ਚੋਂ ਸ਼ਰਬਤ ਬਣਿਆ ਪਾਣੀ ਕੱਢ ਲਵੇ, ਕੜਾਹੀ 'ਚ ਪਾ ਕੇ ਮੱਠੀ ਮੱਠੀ ਅੱਗ ਮਚਾ ਕੇ ਪਾਣੀ ਸਾੜ ਦੇ। ਜਿੰਨੀ ਖੰਡ ਰੇਤ 'ਚ ਮਿਲੀ ਉਨੀ ਖੰਡ ਪੂਰੀ ਨਿਕਲ ਆਉਂਦੀ ਹੈ, ਰੇਤ ਵੱਖਰੀ ਰਹਿ ਗਈ। ਇਸ ਤਰ੍ਹਾਂ ਹਰੀ ਰੂਪ ਜਿਹੜੀ ਖੰਡ ਹੈ ਕਬੀਰ ਜੀ ਕਹਿੰਦੇ ਨੇ ਹਰ ਭਇਓ ਖਾਂਡ ਰੇਤ ਮੈਂ ਬਿਖਰਿਓ। ਹਰੀ ਰੂਪ ਖੰਡ ਮਾਇਆ ਰੂਪੀ ਰੇਤੇ ਵਿੱਚ ਮਿਲੀ ਹੋਈ ਹੈ, ਪਦਾਰਥਾਂ ਰੂਪ ਸੰਸਾਰ ਰੂਪ ਰੇਤੇ ਵਿੱਚ ਮਿਲੀ ਹੋਈ ਹੈ। ਹਸਤੀ ਚੁਨਿਓ ਨ ਜਾਈ ਜੇਕਰ ਇਹਨਾਂ ਦੋਹਾਂ ਨੂੰ ਸਤ ਸੰਗਤ ਰੂਪ ਭਾਂਡੇ 'ਚ ਮਿਲਾ ਕੇ ਪ੍ਰੇਮ ਰੂਪ ਪਾਣੀ ਪਾ ਦਈਏ, ਮਾਇਆ ਰੂਪ ਰੇਤਾ ਥੱਲੇ ਬੈਠ ਜਾਂਦਾ। ਫਿਰ ਨਾਮ ਦਾ ਅਭਿਆਸ ਕਰਨ ਰੂਪ ਸੇਵਾ ਰੂਪ ਤਪ ਦੀ ਮੱਠੀ ਮੱਠੀ ਅੱਗ ਮਚਾ ਕੇ ਫਿਰ ਪ੍ਰੇਮ ਰੂਪੀ ਪਾਣੀ ਵਿੱਚੋਂ ਪੂਰਨ ਹਰੀ ਰੂਪ ਖੰਡ ਨਿਕਲ ਆਉਂਦੀ ਹੈ। ਭਾਵ ਪ੍ਰੇਮ ਰੂਪ ਜਲ 'ਚੋਂ ਪਰਮੇਸ਼ਰ ਪ੍ਰਗਟ ਹੋ ਜਾਂਦਾ। ਉਹ ਜੇ ਹੱਥਾਂ ਨਾਲ ਚੁਣੋਗੇ ਕਿੰਨਾ ਚਿਰ ਲੱਗੇ ਰਹੋਗੇ, ਨਹੀਂ ਚੁਣੀ ਜਾਏਗੀ। ਕਹਿ ਕਬੀਰਾ ਕੁਲ ਜਾਤ ਪਾਤ ਤਜ। ਕਬੀਰ ਜੀ ਕਹਿੰਦੇ ਨੇ ਕੁਲ ਦਾ ਹੰਕਾਰ, ਜਾਤ ਪਾਤ ਦਾ ਹੰਕਾਰ ਛੱਡ ਦੇ। ਚੀਟੇ ਹੋਏ ਚੁਨ ਖਾਈ ਆਪਦੀ ਬਿਰਤੀ ਨੂੰ ਕੀੜੀ ਬਣਾ ਲੈ ਤੇ ਨਿਮਰਤਾ ਵਾਲਾ ਬਣਾ ਕੇ ਪਾਣੀ ਪ੍ਰੇਮ ਦਾ ਪਾ ਕੇ ਵਿੱਚੋਂ ਸ਼ਰਬਤ ਪੀ ਲੈਣਾ ਕਰ। ਬਾਣੀ ਨਾਮ ਦਿਓ ਜੀਓ ਕੀ। ਇੱਥੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਸੰਪੂਰਨ ਹੋਈ ਹੈ। ਹੁਣ ਅੱਗੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਗਤ ਨਾਮਦੇਵ ਜੀ ਦੀ ਬਾਣੀ ਲਿਖਵਾ ਰਹੇ ਹਨ। ਰਾਮ ਕਲੀ ਘਰ ਪਹਿਲਾ। ਰਾਮ ਕਲੀ ਰਾਗਣੀ ਵਿੱਚ ਪਹਿਲੇ ਸੁਰਤਾਲ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਸਾਡੇ ਜੀਆਂ ਦੇ ਭਲੇ ਲਈ ਭਗਤ ਨਾਮਦੇਵ ਜੀਓ ਕੀ ਬਾਣੀ ਨੂੰ ਲਿਖਵਾ ਰਹੇ ਨੇ। ਇੱਕੋ ਓੰਕਾਰ ਪ੍ਰਭੂ ਪਰਮਾਤਮਾ ਦਾ ਮੰਗਲ ਕਰਦੇ ਨੇ। ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਰਬਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਪੰਕਤੀ ਪੜੋ। ਆਨੀਲੇ ਕਾਗਦ ਕਾਟੀ ਲੈ ਗੂਡੀ। ਇਹ ਸ਼ਬਦ ਦੀ ਆਪਾਂ ਕਥਾ ਕਰਨੀ ਹੈ। ਪਹਿਲਾਂ ਅੱਖਰ ਸਰਵਣ ਕਰੋ, ਫਿਰ ਇਹਦੀ ਉਥਾਨਕਾ, ਇਹਦੀ ਸਾਖੀ ਆਪ ਜੀ ਨੂੰ ਸਰਵਣ ਕਰਾਉਂਦੇ ਆ। ਭਗਤ ਨਾਮਦੇਵ ਜੀ ਪਰਮੇਸ਼ਰ ਦਾ ਚਿੰਤਨ ਕਰਦਿਆਂ ਨਾਲ ਹੀ ਕੱਪੜਿਆਂ ਦੇ ਰੰਗਣ ਅਤੇ ਛਾਪਣ ਦਾ ਕੰਮ ਕਰਿਆ ਕਰਦੇ, ਕਿਉਂਕਿ ਸ਼ਿੰਬਾ ਜਾਤ ਸੀਗੀ। ਇਹਨਾਂ ਦੇ ਸਮਕਾਲੀ ਭਗਤ ਲੋਚਨ ਜੀ ਹੋਏ ਨੇ, ਜੋ ਭਗਤ ਨਾਮਦੇਵ ਜੀ ਦੇ ਨਾਲ ਨਾਮ ਦੇ ਰਸ ਨੂੰ ਪ੍ਰਾਪਤ ਕਰਦੇ ਸਨ। ਇੱਕ ਦਿਨ ਭਗਤ ਲੋਚਨ ਜੀ
ਭਗਤ ਨਾਮਦੇਵ ਜੀ ਦੇ ਘਰ ਨਾਮਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਜਦ ਭਗਤ ਲੋਚਨ ਜੀ ਨੇ ਘਰ ਵਿੱਚ ਪ੍ਰਵੇਸ਼ ਕੀਤਾ ਤਾਂ ਕੀ ਵੇਖਦੇ ਕਿ ਭਗਤ ਨਾਮਦੇਵ ਜੀ ਚੰਦੇ ਠਾਕ ਰਹੇ ਸਨ। ਭਗਤ ਨਾਮਦੇਵ ਜੀ ਨੂੰ ਕੰਮ ਕਰਦਿਆਂ ਵੇਖ ਕੇ ਭਗਤ ਲੋਚਨ ਜੀ ਨੇ ਸ਼ਲੋਕ ਪੜ੍ਹਿਆ, ਯਾਨੀ ਕਮੈਂਟ ਕੀਤਾ, ਇੱਕ ਵਿਅੰਗ ਕੀਤਾ। ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ, ਕਾਹੇ ਸ਼ਿਪੋ ਸ਼ਾਇਲ ਰਾਮ ਨ ਲਾਵੋ ਚੀਤ। ਇਹ 212ਵਾਂ ਸ਼ਲੋਕ ਹੈ ਕਬੀਰ ਜੀ ਦੇ ਸ਼ਲੋਕਾਂ ਦਾ। ਕਬੀਰ ਜੀ ਦੇ ਸ਼ਲੋਕਾਂ 'ਚ ਲਿਖਿਆ ਹੋਇਆ 212ਵੇਂ ਨੰਬਰ 'ਤੇ। ਇਹ ਸ਼ਲੋਕ ਸੁਣ ਕੇ ਅੱਗੋਂ ਨਾਮਦੇਵ ਜੀ ਨੇ ਜੋ ਉੱਤਰ ਦਿੱਤਾ, 213ਵੇਂ ਸ਼ਲੋਕ 'ਚ ਕਬੀਰ ਜੀ ਨੇ ਲਿਖਿਆ, ਨਾਮਾ ਕਹਿਤ ਲੋਚਨ ਮੁਖ ਤੇ ਰਾਮ ਸੁਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੇ ਲੋਚਨ ਨੇ ਸਵਾਲ ਕੀਤਾ ਕਿ ਨਾਮਦੇਵ ਮਾਇਆ ਦਾ ਮੋਹਿਆ ਹੋਇਆ। ਤੇ ਲੋਚਨ ਮਿੱਤਰ ਕਹਿ ਰਿਹਾ ਕਿ ਨਾਮਦੇਵ ਤੂੰ ਮਾਇਆ ਦਾ ਮੋਹਿਆ ਹੋਇਆ, ਕਾਹਦੇ ਵਾਸਤੇ ਛਾਲਾਂ ਛਾਪ ਵੰਡ ਰਿਹਾ, ਰਾਮ ਦੇ ਨਾਲ ਚਿੱਤ ਕਿਉਂ ਨਹੀਂ ਲਾਉਂਦਾ। ਤਾਂ ਅੱਗੋਂ ਨਾਮਦੇਵ ਜੀ ਕਹਿਣ ਲੱਗੇ, ਹੇ ਤਰਲੋਚਨ ਜੀ, ਰਾਮ ਨੂੰ ਤਾਂ ਮੁਖ ਦੇ ਨਾਲ ਸੰਭਾਲਦਾ ਹਾਂ, ਹੱਥਾਂ ਦੇ ਪੈਰਾਂ ਨਾਲ ਮੈਂ ਕੰਮ ਕਰਦਾ। ਜਿਹੜਾ ਨਾਮ ਹੈ ਨਿਰੰਜਨ ਦਾ, ਉਹ ਚਿੱਤ ਨਾਲ ਚੇਤੇ ਕਰਦਾ। ਜਿਵੇਂ ਮਹਾਰਾਜਾ ਜਨਕ ਨੂੰ ਸੁਖਦੇਵ ਨੇ ਤਰਕ ਕੀਤੀ ਕਿ ਕਹਿੰਦੇ ਨੇ ਭਗਤ ਹੈ, ਗੁਰੂ ਹੈ, ਇਹ ਤਾਂ ਰਾਣੀਆਂ ਦੇ ਮੋਹ 'ਚ ਮਸਤਿਆ ਪਿਆ ਹੈ। ਪਲੰਘੇ 'ਤੇ ਲੇਟ ਕੇ ਰਾਣੀਆਂ ਕੋਲੋਂ ਆਪਦੇ ਪੈਰ ਲੱਤਾਂ ਘੁਟਾ ਰਿਹਾ, ਮਾਲਿਸ਼ ਕਰਾ ਰਿਹਾ, ਕਿੰਨੇ ਸੋਹਣੇ ਸੋਹਣੇ ਦੇ ਮਹੱਲਾਂ 'ਚ ਰਹਿ ਰਿਹਾ। ਇਹ ਕਿੱਧਰ ਦਾ ਭਗਤ ਹੋਏਗਾ, ਕਿਵੇਂ ਨਾਮ ਜਪਦਾ ਹੋਊਗਾ। ਇਹ ਤਾਂ ਮੋਹ ਦੇ ਵਿੱਚ, ਮਾਇਆ 'ਚ ਮਸਤਿਆ ਹੈ। ਤਾਂ ਮਹਾਰਾਜਾ ਜਨਕ ਨੇ ਅੰਤਰਜਾਮਤਾ ਨਾਲ ਆਖਿਆ ਸੀ, ਕਹਿਣ ਲੱਗਾ ਕਿ ਇਹ ਜਿਹੜੇ ਥੰਮੇ ਨੇ ਮੇਰੀ ਛਾਤੀ 'ਤੇ ਨਹੀਂ, ਧਰਤੀ 'ਤੇ ਨੇ। ਸੋਨੇ ਦੇ ਮਹੱਲ ਇਹ ਮੇਰੇ ਹਿਰਦੇ 'ਚ ਨਹੀਂ ਹਨ, ਇਹ ਧਰਤੀ 'ਤੇ ਉਸਰੇ ਹੋਏ ਨੇ। ਤੇ ਤੂੰ ਆਪਦੇ ਆਪ ਨੂੰ ਵੱਡਾ ਬਰਕਤ ਸਾਧ ਮੰਨਦਾ ਸੀਗਾ, ਵੇਖ ਅੱਗ ਲੱਗੀ ਤੋਂ ਮੈਂ ਕੋਈ ਚਿੰਤਾ ਨਹੀਂ ਕੀਤੀ, ਪਰ ਤੂੰ ਆਪਦੇ ਪਊਏ ਤੇ ਫੌੜੀ ਲੈਣ ਵਾਸਤੇ ਇੱਥੋਂ ਦੌੜ ਕੇ ਡਿਓੜੀ ਤੱਕ ਚਲਾ ਗਿਆ। ਤੂੰ ਦੱਸ ਵੀ ਗ੍ਰਸਤੀ ਮੈਂ ਕਿ ਹੁਣ ਤੂੰ ਹੈ। ਇੰਜ ਮਹਾਰਾਜੇ ਜਨਕ ਨੇ ਉਪਦੇਸ਼ ਦਿੱਤਾ ਸੀਗਾ। ਭਗਤ ਨਾਮਦੇਵ ਜੀ ਕਹਿਣ ਲੱਗੇ, ਹੇ ਮੇਰੇ ਮਿੱਤਰ ਤਰਲੋਚਨਾ, ਜਿਹੜਾ ਨਾਮ ਹੈ ਉਹ ਤਾਂ ਮੂੰਹ ਦੇ ਨਾਲ ਜਪੀਦਾ ਹੈ, ਮੂੰਹ ਨਾਲ ਮੈਂ ਸੰਭਾਲ ਰਿਹਾ, ਮੂੰਹ ਨਾਲ ਯਾਦ ਕਰਨਾ ਚਾਹੀਦਾ, ਭਾਵੇਂ ਹੱਥਾਂ ਦੇ ਪੈਰਾਂ ਨਾਲ ਕੰਮ ਕਰਦਾ ਰਹੇ। ਸੋ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਅਸੂਲ ਨੇ। ਉਸ ਵੇਲੇ ਭਗਤ ਲੋਚਨ ਜੀ ਕਹਿਣ ਲੱਗੇ, ਮੈਂ ਨਹੀਂ ਮੰਨਦਾ ਕਿ ਇੱਕੋ ਵਕਤ ਦੋ ਕੰਮ ਹੋ ਸਕਦੇ ਨੇ। ਜਿਵੇਂ ਕਈ ਜਿਹੜੇ ਪ੍ਰਬੰਧਕ ਵੀਰ ਹਨ, ਉਹ ਗੁਰਦੁਆਰਿਆਂ ਵਿੱਚ ਨਿਤਨੇਮ ਕਰਨ ਨੂੰ ਮਨ੍ਹਾ ਕਰਦੇ ਨੇ। SGPC ਸ਼੍ਰੋਮਣੀ ਕਮੇਟੀ ਵਾਲੇ ਖਾਸ ਕਰਕੇ, ਜਾਂ ਜਿਹੜੇ ਮਿਸ਼ਨਰੀ ਕਾਲਜ ਤੋਂ ਬੜੇ ਹੋਏ ਕਥਾਵਾਚਕ ਗਿਆਨੀ ਸਿੰਘ ਨੇ, ਉਹ ਇਸ ਗੱਲ ਦੀ ਬਹੁਤ ਜ਼ਿਆਦਾ ਵਿਰੋਧਤਾ ਕਰਦੇ ਨੇ ਕਿ ਇੱਕ ਟਾਈਮ ਦੇ ਦੋ ਕੰਮ ਨਹੀਂ ਹੋਣੇ ਚਾਹੀਦੇ। ਸ੍ਰੀ ਅਖੰਡ ਪਾਠ ਸਾਹਿਬ ਜਾਂ ਸ੍ਰੀ ਸਹਿਜ ਪਾਠ ਸੰਗਤ ਵਿੱਚ ਕਰਨ ਤੋਂ ਵੀ ਮਨਾ ਕਰਦੇ ਨੇ ਕਿ ਅਖੰਡ ਪਾਠ ਚੱਲਦਿਆਂ ਕਥਾ ਨਹੀਂ ਹੋਣੀ ਚਾਹੀਦੀ, ਕੀਰਤਨ ਨਹੀਂ ਹੋਣਾ ਚਾਹੀਦਾ, ਪਾਠੀ ਦਾ ਧਿਆਨ ਕਥਾ ਕੀਰਤਨ ਵਿੱਚ ਜਾਂਦਾ ਹੈ। ਅਤੇ ਆਹ ਹੁਣੇ ਮੇਰੇ ਸਾਹਮਣੇ ਮਾਈਆਂ ਗੱਲਾਂ ਮਾਰ ਕੇ ਗਈਆਂ ਨੇ। ਇੱਕ ਵੀ ਗੱਲ ਮੇਰੀ ਪੁੱਛ ਕੇ ਦਿਖਾਓ ਵੀ ਬਾਬੇ ਨੇ ਕੀ ਬੋਲਿਆ। ਕੀ ਫਾਇਦਾ ਬੰਦੇ ਦਾ ਜੇ ਆਪਦੀਆਂ ਗੱਲਾਂ ਹੀ ਮਾਰ ਕੇ ਤੁਰ ਜਾਣਾ। ਉਹ ਜਿਹਨੇ ਕਥਾ ਸੁਣਨੀ ਉਹਨੇ ਕਥਾ ਹੀ ਸੁਣਨੀ, ਜਿਹਨੇ ਕੀਰਤਨ ਸੁਣਨਾ ਕੀਰਤਨ ਹੀ ਸੁਣਨਾ। ਉਹ ਜਿਹੜੀਆਂ ਮਾਈਆਂ ਆਈਆਂ ਹੀ ਵਿਜ਼ਿਟ ਕਰਨੇ ਅਤੇ ਚਲੋ ਮੱਥਾ ਟੇਕ ਕੇ ਬਾਬੇ ਦਾ ਲਾਮਾ ਲਾ ਆਈਏ, ਉਹਨੇ ਮੱਥਾ ਹੀ ਟੇਕਣਾ, ਨਾ ਉਹਨੇ ਕਥਾ ਕੀਰਤਨ ਸੁਣਨਾ, ਨਾ ਉਹਨੇ ਅਖੰਡ ਪਾਠ ਸੁਣਨਾ। ਜਿਹਦੀ ਬਿਰਤੀ ਜੁੜੀ ਹੈ ਉਹਨੇ ਆਪ ਦਾ ਕੰਮ ਕਰੀ ਜਾਣਾ ਹੈ। ਅਤੇ ਇਸ ਵਾਸਤੇ ਕੋਈ ਜ਼ਰੂਰੀ ਨਹੀਂ ਹੈ ਵੀ ਗੁਰਦੁਆਰੇ 'ਚ ਸਿਰਫ ਕਥਾ ਹੀ ਹੋਵੇ ਅਤੇ ਸਾਰੇ ਕਥਾ ਹੀ ਸੁਣਨ। ਸਾਰੇ ਥੋੜ੍ਹਾ ਸੁਣਦੇ ਨੇ। ਅਗਲਾ ਆਪਦਾ ਨਿਤਨੇਮ ਕਰਨ ਆਇਆ, ਉਹਦਾ ਕੰਮ ਹੀ ਨਿਤਨੇਮ ਕਰਨਾ। ਉਹਨਾਂ ਕੁ ਉਹਦੇ ਕੋਲ ਟਾਈਮ ਹੈ, ਉਹ ਕਥਾ ਸੁਣੂਗੇ, ਫਿਰ ਨਿਤਨੇਮ ਕਿਵੇਂ ਜਾ ਕੇ ਕਰੂਗਾ। ਤੋ ਜੇ ਅਗਲੇ ਕੋਲ ਟਾਈਮ ਥੋੜ੍ਹਾ ਤਾਂ ਉਹ ਨਿਤਨੇਮ ਕਰ ਸਕਦਾ ਹੈ।
ਕਥਾ ਦੀ ਆਵਾਜ਼ ਵੀ। ਸੋ ਜੇ ਉਹਦੀ ਰੁਚੀ ਹੋਊ ਤੇ ਧਿਆਨ ਦੇ ਨਾਲ ਸੁਣੀ ਜਾ ਸਕਦੀ ਹੈ। ਇਹ ਇੱਕੋ ਟਾਈਮ ਦੇ ਇੱਕ ਕੰਮ ਕੋਈ ਜ਼ਰੂਰੀ ਨਹੀਂ ਹੈ, ਬਹੁਤੇ ਕੰਮ ਆਪਾਂ ਕਰ ਸਕਦੇ ਹਾਂ, ਆਪਦੀ ਬਿਰਤੀ ਹੈ। ਸੱਚਖੰਡ ਹਰਿਮੰਦਰ ਸਾਹਿਬ ਰਾਤ ਨੂੰ 12 ਵਜੇ ਬਾਰੀ ਖੁੱਲ੍ਹਦੀ। ਮੈਨੂੰ ਯਾਦ ਹੈ ਵੀ ਜਿਸ ਤਰ੍ਹਾਂ ਖਾੜਕੂ ਅਸਲਾ ਲੈ ਕੇ ਘੁੰਮਦੇ ਹੁੰਦੇ ਸੀ, ਇੰਝ ਅਸੀਂ ਹੇਠਾਂ ਦੀ ਲਗਾ ਕੇ ਤੇ ਗੁਟਕੇ ਸਾਹਿਬਾਂ ਨੂੰ ਅੰਦਰ ਲੈ ਜਾਣਾ। ਉਹ ਮੈਨੇਜਰ ਨੇ ਇੰਨੀ ਸਖਤੀ ਕਰ ਦਿੱਤੀ ਵੀ ਕਿਸੇ ਸਿੰਘ ਨੇ ਇੱਥੇ ਗੁਟਕਾ ਨਹੀਂ ਪੜਨਾ। ਬੰਦਾ ਪੁੱਛੇ ਕੀ ਕਰੇ? ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਜੇ ਬੰਦਾ ਨਿਤਨੇਮ ਨਹੀਂ ਕਰੂਗਾ ਤੇ ਹੋਰ ਕੀ ਕਰੇ? ਕਹਿੰਦੇ ਆਸਾ ਦੀ ਵਾਰ ਸੁਣੋ ਜੀ, ਇਹੋ ਜੀ ਕੀਰਤਨ ਸੁਣੋ। ਮੈਨੂੰ ਤਾਂ ਉਹੀ ਨੀਂਦ ਆ ਜਾਂਦੀ ਹੈ, ਨਾ ਸੁੱਤੀ ਨਾ ਕੱਤਿਆ, ਕੱਖ ਵੀ ਨਹੀਂ ਹੋਇਆ। ਕੀਰਤਨ ਕੀ ਸੁਣਨਾ? ਨਿਤਨੇਮ ਵੀ ਛੱਡਿਆ, ਕੀਰਤਨ ਵੀ ਨਹੀਂ ਸੁਣਿਆ ਗਿਆ। ਜੇ ਤੁਸੀਂ ਮਾਲਾ ਫੜ ਲਓਗੇ ਜਾਂ ਗੁਟਕਾ ਫੜ ਲਓਗੇ, ਉਹ ਬਹਾਨੇ ਜੇ ਨਾਲ ਬੰਦਾ ਜਾਗਦਾ ਤਾਂ ਰਹੂਗਾ। ਕੀਰਤਨ ਵੀ ਸੁਣਿਆ ਜਾਂਦਾ, ਨਿਤਨੇਮ ਵੀ ਹੋ ਜਾਂਦਾ। ਮੈਂ ਤਾਂ ਕਥਾ ਦਾ ਪਾਠ ਕਰਾਉਂਦੀਆਂ ਵੀ, ਨਾਲੇ ਪਾਠ ਵੀ ਕਰਾਈ ਜਾਣਾ, ਨਿਤਨੇਮ ਵੀ ਕਰੀ ਜਾਣਾ। ਕਿਉਂਕਿ ਇੱਕ ਪੰਕਤੀ ਦੀ ਵਿਆਖਿਆ ਤੇ 5-7 ਮਿੰਟ ਕਈ ਵਾਰ ਲੱਗ ਹੀ ਜਾਂਦੇ ਨੇ, ਉਹਨੂੰ ਜਪਜੀ ਸਾਹਿਬ ਦਾ ਪਾਠ ਪੂਰਾ ਹੋ ਜਾਂਦਾ। ਤੇ ਇਸ ਵਾਸਤੇ ਮਹਾਰਾਜ ਨੇ ਇਹ ਨਹੀਂ ਆਖਿਆ ਵੀ ਇੱਕ ਟਾਈਮ ਦੇ ਇੱਕੋ ਕੰਮ ਕਰੋ। ਕਹਿੰਦੇ ਸ਼ਲੋਕ ਮਹੱਲਾ 5ਵਾਂ, ਤੁਸੀਂ ਗੁਰਦੁਆਰੇ ਆਏ ਹੋ, ਤੁਹਾਡਾ ਸਾਰਾ ਸਰੀਰ ਸਫਲ ਹੈ। ਆਹ ਲੋਕ ਜਿੰਮ ਕਿਉਂ ਜਾਂਦੇ ਨੇ, ਭੱਜਦੇ ਕਿਉਂ ਨੇ? ਭੱਜਣ ਵਾਲੇ ਬੰਦੇ ਦੀ ਸਰੀਰ ਦੀ ਸਾਰੇ ਦੀ ਐਕਟੀਵਿਟੀ ਹੋਣ ਕਰਕੇ ਕਸਰਤ ਹੁੰਦੀ ਹੈ। ਕਿਉਂ? ਗੁਰਦੁਆਰੇ ਆ ਕੇ ਸਾਰਾ ਹੀ ਸਰੀਰ ਸਫਲ ਬਣਾਉਣਾ। ਅੰਤਰ ਗੁਰ ਆਰਾਧਨਾ, ਹਿਰਦੇ ਵਿੱਚ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਜੱਪਾ ਜਾਪ ਨਾ ਵੀਸਰ, ਆ ਜੁਗਾਦ ਸਮਾਏ। ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰਨਾ। ਜਿਹਵਾ ਜਪ ਗੁਰ ਨਾਮ, ਜ਼ਬਾਨ ਦੇ ਨਾਲ ਵੀ ਜਿੰਨਾ ਕੁ ਆਪ ਨੂੰ ਸੁਣੇ ਉਹਨਾਂ ਕੁ ਬੋਲਣਾ। ਜੇ ਜ਼ਬਾਨ ਆਪਾਂ ਬੋਲਾਂਗੇ ਨਹੀਂ ਬਾਣੀ ਵਿੱਚ, ਤਾਂ ਫਿਰ ਬਾਣੀ ਵਿੱਚ ਚੱਲਣੋਂ ਹਟ ਜਾਊਗੀ। ਨੇਤਰੀ ਸਤਿਗੁਰ ਵੇਖਣ, ਅੱਖਾਂ ਵੀ ਬੰਦ ਨਹੀਂ ਹੋਣੀਆਂ ਚਾਹੀਦੀਆਂ। ਅੱਖਾਂ ਨਾਲ ਗੁਟਕਾ ਦੇਖੋ। ਸਤਿਗੁਰੂ ਕੀ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ। ਪੋਥੀ ਸਾਹਿਬ ਦੇਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਖੋ। ਨੇਤਰੀ ਸਤਿਗੁਰ ਵੇਖਣਾ, ਸ਼ਰਮਣੀ ਸੁਣਨਾ ਗੁਰ ਨਾਮ। ਜੋ ਕਥਾ ਕੀਰਤਨ ਹੋ ਰਿਹਾ ਉਹ ਕੰਨਾਂ ਦੇ ਨਾਲ ਸੁਣੋ, ਜਾਂ ਜੋ ਕੁਛ ਤੁਸੀਂ ਬੋਲ ਰਹੇ ਹੋ ਉਹ ਆਪਦਾ ਕੰਨਾਂ ਨਾਲ ਸੁਣੋ। ਜੇ ਆਪਾਂ ਇਕੱਲੇ ਬਹਿ ਕੇ ਇੱਕ ਕੰਮ ਕਰ ਰਹੇ ਹਾਂ ਤੇ ਚੁੱਪ ਕੀਤੇ ਬਾਣੀ ਦਾ ਪਾਠ ਕਰ ਰਹੇ ਹਾਂ, ਕੰਨਾਂ ਨੂੰ ਤਾਂ ਸੁਣਾ ਨਹੀਂ ਰਹੇ, ਕੰਨ ਕਿਵੇਂ ਸਫਲ ਹੋਣਗੇ? ਜਾਂ ਤਾਂ ਬੰਦਾ ਆਪ ਉੱਚੀ ਬੋਲੇ ਤੇ ਆਪ ਦਾ ਪਾਠ ਆਪਦੇ ਕੰਨਾਂ ਨੂੰ ਸੁਣਾਏ। ਬੈਠੇ ਤਾਂ ਚੁੱਪ ਕੀਤੇ ਹੋਏ ਆ। ਤੇ ਇਸ ਵਾਸਤੇ ਮਹਾਰਾਜ ਕਹਿੰਦੇ ਸ਼ਰਮਣੀ ਸੁਣਨਾ ਗੁਰ ਨਾਮ, ਨੇਤਰੀ ਸਤਿਗੁਰ ਵੇਖਣਾ। ਤੇ ਸ਼ਰਮਣੀ ਸੁਣਨਾ ਗੁਰ ਨਾਮ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵਤ ਦੇ, ਜਗ ਮੈਂ ਤੁਮ ਕਾਢੀਐ, ਬਿਰਲੇ ਕੇਈ ਕੇ। ਮਹੱਲਾ 5ਵਾਂ। ਸੋ ਜਿਹਦਾ ਵੀ ਕਿਸੇ ਦਾ ਮਨ ਜਿਹਦੇ 'ਚ ਜੁੜਿਆ ਹੈ, ਮੈਂ ਤਾਂ ਕੋਈ ਗੱਲਾਂ ਵੀ ਮਾਰਦਾ ਹੋਵੇ ਉਹਨੇ ਇਹੀ ਕਹੀਦਾ ਵੀ ਪਿੱਛੇ ਚਲਾ ਜਾ ਭਾਈ। ਕੋਈ ਨਿਆਣੇ ਬੱਚੇ ਸ਼ਰਾਰਤਾਂ ਕਰ ਰਹੇ ਨੇ, ਇਹ ਥੋੜ੍ਹਾ ਕਹਿਣਾ ਵੀ ਗੁਰੂ ਘਰ ਨਹੀਂ ਆਉਣਾ, ਪਿੱਛੇ ਬਹਿ ਕੇ ਜੋ ਮਰਜ਼ੀ ਬੋਲੀ ਜਾਓ। ਪਰ ਸਾਡੇ ਕੰਨਾਂ 'ਚ ਆਵਾਜ਼ ਨਾ ਪਏ, ਕਿਉਂਕਿ ਸਾਡਾ ਕੰਮ ਕੁਛ ਹੋਰ ਹੈ। ਜਿਹੜਾ ਨਿਤਨੇਮ ਕਰਦਾ ਆਪਦਾ ਕਰੀ ਜਾਏ। ਸੁਖਮਨੀ ਸਾਹਿਬ ਪੜ੍ਹਿਆ, 5 ਬਾਣੀਆਂ, ਉਹ ਕੋ ਮਾੜਾ ਥੋੜ੍ਹਾ। ਜਿਹਨੇ ਕਥਾ ਸੁਣਨੀ ਕਥਾ ਸੁਣੀ ਜਾਏ, ਜਿਹਨੇ ਨਹੀਂ ਕੁਛ ਸੁਣਨਾ ਇੱਧਰ ਉੱਧਰ ਤੁਰ ਫਿਰ ਕੇ ਆਪਦਾ ਸਰੀਰ ਗੁਰੂ ਘਰ ਦਾ ਸਫਲ ਹੀ ਹੈ। ਸਭ ਕੁਛ ਸੇਵਾ ਕਰਦਿਆਂ ਵੀ ਚੜ੍ਹਦੀ ਕਲਾ ਹੈ। ਤੋ ਇਸ ਵਾਸਤੇ ਗੱਲ ਤਾਂ ਆਪਦੇ ਮਨ ਦੀ ਹੈ, ਜਿੱਥੇ ਮਰਜ਼ੀ ਟਿਕਾ ਲਓ। ਪਰਮੇਸ਼ਰ ਦਾ ਨਾਮ ਮੂੰਹ ਦੇ ਨਾਲ ਸੰਭਾਲਣਾ, ਯਾਦ ਕਰਨਾ ਚਾਹੀਦਾ। ਭਾਵੇਂ ਹੱਥਾਂ ਦੇ ਪੈਰਾਂ ਨਾਲ ਕੰਮ ਕਰਦਾ ਰਹੇ। ਉਸ ਵੇਲੇ ਭਗਤ ਲੋਚਨ ਜੀ ਕਹਿਣ ਲੱਗੇ ਵੀ ਮੈਂ ਨਹੀਂ ਮੰਨਦਾ, ਇੱਕੋ ਵਕਤ 2 ਕੰਮ ਨਹੀਂ ਹੋ ਸਕਦੇ। ਜਾਂ ਭਜਨ ਹੋ ਸਕਦਾ ਜਾਂ ਕੰਮ ਹੋ ਸਕਦਾ। ਅਸਲ 'ਚ ਆਪੋ ਆਪਣੀ ਅਵਸਥਾ ਹੈ। ਤੋ ਪਹਿਲੀ ਅਵਸਥਾ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਹੈ। ਕੰਮ ਕਰਨ ਲੱਗ ਪਈਏ, ਨਾਮ ਭੁੱਲ ਜਾਂਦਾ ਹੈ। ਅਭਿਆਸ ਦੇ ਨਾਲ ਹੀ ਕਿਰਪਾ ਹੁੰਦੀ ਹੈ। ਇਹ ਸੁਣ ਕੇ ਭਗਤ ਨਾਮਦੇਵ ਜੀ ਦ੍ਰਿਸ਼ਟਾਂਤ ਦੇ ਕੇ ਭਗਤ ਲੋਚਨ ਜੀ ਨੂੰ ਸਮਝਾਉਂਦੇ ਨੇ ਕਿ ਪਰਮੇਸ਼ਰ ਦਾ ਭਜਨ ਇੰਜ ਹੋ ਸਕਦਾ ਹੈ। ਰਹਾਉ ਵਾਲੀ ਪੰਕਤੀ ਤੋਂ ਅਰਥ ਚੁੱਕਾਂਗੇ, ਵਿਵਸਥਾ ਸਹੀ ਚੱਲੇਗੀ।
ਪਹਿਲਾਂ ਰਹਾਉ ਵਾਲੀ ਪੰਕਤੀ ਸਰਵਣ ਕਰੋ, ਇੱਕ ਵਾਰ ਉਚਾਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਮਨ ਰਾਮ ਨਾਮਾ ਬੇਦੀਆਂ ਲੈ। ਹੇ ਤਰਲੋਚਨ ਜੀ, ਮੇਰਾ ਮਨ ਇਉਂ ਚਿੱਤ ਪਰਮੇਸ਼ਰ ਦੇ ਨਾਮ 'ਚ ਬੰਨਿਆ ਗਿਆ ਹੈ। ਜੈਸੇ ਕਨਕ ਕਲਾ ਚਿਤ ਮੰਡੀਆ ਲੈ। ਜਿਵੇਂ ਸੁਨਿਆਰਾ ਸੋਨੇ ਦੇ ਰਵਾਲੇ ਕਿਣਕੇ ਉੱਤੇ ਆਪਣਾ ਚਿੱਤ ਮਾਂਡੀ ਵਾਲੇ ਜੋੜ ਕੇ ਅਸਥਿਤ ਕਰਕੇ ਰੱਖਦਾ ਹੈ। ਅੱਖਾਂ ਨੂੰ ਉਹਨੇ ਟੋਪੀ ਜੀ ਐਨਕ ਵੀ ਲਾਈ ਹੁੰਦੀ, ਲੈਂਸ ਵੀ ਲਾਇਆ ਹੁੰਦਾ, ਇੱਕ ਅੱਖ ਨਾਲ ਵੇਖ ਕੇ ਆਪਦਾ ਸੂਈ ਕਸੀਦਾ ਵੀ ਕੱਢੀ ਜਾਂਦਾ, ਕਢਾਈ ਕਢੂਈ ਕਰੀ ਜਾਂਦਾ, ਅਤੇ ਦੂਜੀ ਅੱਖ ਨਾਲ ਗਾਹਕਾਂ ਵੱਲ ਵੇਖ ਕੇ ਗੱਲਾਂ ਬਾਤਾਂ ਵੀ ਕਰੀ ਜਾਂਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਇਹ ਰਹਾਉ ਵਾਲੀ ਪੰਕਤੀ ਹੈ, ਸਿਧਾਂਤ ਵਾਲੀ। ਹੁਣ ਆਰੰਭ ਤੋਂ ਅਰਥ ਸਰਵਣ ਕਰੋ। ਆ ਨੀਲੇ ਕਾਗਦ। ਇਹ ਤਰਲੋਚਨ ਜੀ, ਜਿਵੇਂ ਬੱਚਾ ਦੁਕਾਨ ਤੋਂ ਕਾਗਜ਼ ਲਿਆ ਕੇ ਕਾਟੀ ਲੈ ਗੁੱਡੀ। ਉਹਦੀ ਘਰ ਵਿੱਚ ਗੁੱਡੀ ਪਤੰਗ ਕੱਟ ਲੈਂਦਾ ਹੈ, ਫਿਰ ਮੋਰੀਆਂ ਕੱਢ ਕੇ ਤਣਾਵਾਂ ਪਾਈ ਦੀਆਂ ਸਨ, ਫਿਰ ਡੋਰ ਨਾਲ ਉਹਨੂੰ ਚੜਾਈਦਾ ਸੀਗਾ। ਆਕਾਸ਼ ਮਧੇ ਭਰਮੀ ਵਾਲੇ। ਫਿਰ ਉਸ ਗੁੱਡੀ 'ਚ ਡੋਰ ਪਾ ਕੇ ਆਕਾਸ਼ ਵਿੱਚ ਭਰਮਾਉਂਦਾ ਉਡਾਉਂਦਾ ਹੈ। ਪੰਜ ਜਨਾ ਸਿਉ ਬਾਤ ਬਤੂਆ। ਆਪਣੇ 5-7 ਸਾਥੀ ਜਨਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਰਹਿੰਦਾ, ਗੱਲਾਂ ਵੀ ਬਤਾਉਂਦਾ ਕਰਦਾ ਰਹਿੰਦਾ ਹੈ। ਚੀਤ ਸੁਡੋਰੀ ਰਾਖੀ ਵਾਲੇ। ਪਰ ਆਪਣਾ ਚਿੱਤ ਉਸ ਗੁੱਡੀ ਦੀ ਪਤੰਗ ਦੀ ਡੋਰ ਵਿੱਚ ਰੱਖਦਾ, ਭਾਵ ਡੋਰੀ ਨੂੰ ਤੁਣਕਦਾ ਰਹਿੰਦਾ, ਕਿਤੇ ਗੁੱਡੀ ਥੱਲੇ ਨਾ ਡਿੱਗ ਪਏ। ਇਹ ਸੀ ਦ੍ਰਿਸ਼ਟਾਂਤ। ਹੁਣ ਸੁਣੋ ਤਾ ਦ੍ਰਿਸ਼ਟਾਂਤ। ਆ ਨੀਲੇ ਕਾਗਦ। ਇਸੇ ਪ੍ਰਕਾਰ ਜਗਿਆਸੂ ਜਨ ਨੇ 5 ਤੱਤਾਂ ਰੂਪ ਕਾਗਜ਼ ਲਿਆ ਕੇ ਦੇਹ ਰੂਪ ਜਿਹੜੀ ਗੁੱਡੀ ਹੈ, ਕਾਟੀ ਲੈ ਗੁੱਡੀ। ਦੇਹ ਰੂਪ ਗੁੱਡੀ ਕੱਟਣਾ ਕੀਤੀ, ਪਾ ਮਾਤਾ ਦੇ ਗਰਭ ਵਿੱਚੋਂ ਇਸ ਦਾ ਜਨਮ ਹੋਇਆ ਹੈ। ਆਕਾਸ਼ ਮਧੇ ਭਰਮੀ ਵਾਲੇ। ਪਰ ਫਿਰ ਦੇਹ ਰੂਪ ਗੁੱਡੀ ਵਿੱਚ ਬ੍ਰਹਮਾਕਾਰ ਬਿਰਤੀ ਰੂਪ ਡੋਰ ਪਾ ਕੇ ਚਿਦਾਕਾਸ਼ ਰੂਪ ਬ੍ਰਹਮ 'ਚ ਭਰਮਾਉਂਦਾ ਹੈ। ਪੰਜ ਜਨ ਸਿਉ ਬਾਤ ਬਤੂਆ। ਪੰਜ ਗੁਰਦੁਆਰੇ ਦੇ 5 ਨੰਬਰਦਾਰ ਸਰਪੰਚ ਕਿਹੜੇ ਨੇ? 5 ਪਿਆਰੇ। ਇਹਨਾਂ ਸੰਤ ਜਨਾਂ ਨਾਲ ਮਿਲ ਕੇ ਸ਼ਰਮਣ ਦੀਆਂ ਗੱਲਾਂ, ਮੰਨਣ ਦੀਆਂ ਬਾਤਾਂ ਬਤਾਉਂਦਾ ਕਰਦਾ ਰਹਿੰਦਾ ਅਤੇ ਚੀਤ ਸੁਡੋਰੀ ਰਾਖੀ ਵਾਲੇ। ਚਿੱਤ ਨੂੰ ਉਸ ਬ੍ਰਹਮਾਕਾਰ ਬਿਰਤੀ ਰੂਪ ਡੋਰੀ ਵਿੱਚ ਹੀ ਲਾਈ ਰੱਖਦਾ ਹੈ, ਭਾਵ ਬ੍ਰਹਮਾਕਾਰ ਰੂਪ ਡੋਰੀ ਵਿੱਚ ਹੀ ਖਿਆਲ ਰੱਖਦਾ ਕਿ ਕਿਤੇ ਦੇਹ ਰੂਪ ਗੁੱਡੀ ਉਥਾਨ ਹੋ ਕੇ ਸੰਸਾਰ ਦੇ ਪਦਾਰਥਾਂ ਦੇ ਵਿੱਚ ਨਾ ਡਿੱਗ ਪਏ। ਹਰ ਇੱਕ ਸਮੇਂ 8 ਪੈਰ ਇੱਕ ਤੇ ਲਿਵੈ, ਮੰਨੇ ਨ ਹੁਕਮ ਅਪਾਰ। ਅਪਾਰ ਵਾਹਿਗੁਰੂ ਦਾ ਹੁਕਮ ਮੰਨ ਕੇ 8 ਪੈਰ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ। ਮੈਨੂੰ ਯਾਦ ਹੈ, ਇੱਕ ਇੰਗਲੈਂਡ ਦੇ ਗੁਰਮੁਖ ਗਿਆਨੀ ਬਲਦੀਪ ਸਿੰਘ ਜੀ ਮੇਰੇ ਕਮਰੇ 'ਚ ਆਏ ਸੀਗੇ ਅਤੇ ਅੰਗਰੇਜ਼ੀ ਆਉਂਦੀ ਸੀ, ਪੰਜਾਬੀ ਪੜ੍ਹਦੇ ਹੁੰਦੇ ਸੀ। ਅੰਮ੍ਰਿਤ ਵੇਲੇ 4 ਵਜੇ ਉੱਠ ਕੇ ਉਹਨਾਂ ਚੌਂਕੜਾ ਮਾਰਨਾ ਅਤੇ ਮੈਨੂੰ ਕਹਿੰਦੇ ਵੀ ਤੈਨੂੰ ਕੁਝ ਸੁਣਦਾ ਹੈ? ਮੈਂ ਕਿਹਾ ਜੀ ਨਹੀਂ। ਕਹਿੰਦੇ ਹੈਂ, ਏਡਾ ਵੱਡਾ ਤੂੰ ਗਿਆਨੀ ਧਿਆਨੀ ਹੈ? ਅਤੇ ਮੈਂ ਕਿਹਾ ਵੀ ਤੇਰੇ 'ਤੇ ਕਿੰਨੀ ਕੁ ਕਿਰਪਾ? ਕਹਿੰਦਾ ਮੈਨੂੰ ਕਰਨ ਦੀ ਕੁਛ ਲੋੜ ਨਹੀਂ। ਅਜੇ ਉਹਨੂੰ ਊੜਾ ਨਹੀਂ ਸੀ ਆਉਂਦਾ। 5 ਬਾਣੀਆਂ। ਮੈਂ ਕਿਹਾ ਇਹ ਜ਼ਬਾਨੀ ਕਿਵੇਂ ਯਾਦ ਕੀਤੀਆਂ? ਕਹਿੰਦਾ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਦੀ ਮੈਂ ਕੈਸਟ ਸੁਣਦਾ ਰਿਹਾ, 5 ਬਾਣੀਆਂ ਜ਼ਬਾਨੀ ਯਾਦ, ਜ਼ਬਾਨੀ ਪੜ੍ਹਨੀਆਂ ਉਹਨੇ। ਫਿਰ ਕਹਿੰਦਾ ਵਾਹਿਗੁਰੂ ਕਹਿਣ ਦੀ ਲੋੜ ਨਹੀਂ, ਬਾਣੀ ਪੜ੍ਹਦਿਆਂ ਵੀ ਅੰਦਰੋਂ ਸੁਣਦਾ ਰਹਿੰਦਾ। ਅਤੇ ਮੈਂ ਤਾਂ ਹੈਰਾਨ ਹਾਂ ਤੁਹਾਡੇ ਲੋਕਾਂ ਦੇ, ਇਹਨਾਂ ਤੁਸੀਂ ਗਿਆਨ ਧਿਆਨ ਕਥਾਵਾਂ ਕਰਦੇ ਪੜ੍ਹਦੇ ਹੋ ਅਤੇ ਤੁਹਾਡੀ ਅਵਸਥਾ ਹੀ ਨਹੀਂ ਬਣੀ। ਮੈਂ ਕਿਹਾ ਅਸੀਂ ਲੜਦੇ ਝਗੜਦੇ ਰਹਿੰਦੇ ਈਰਖਾਲੂ ਲੋਕ ਹਾਂ। ਇੱਕ ਦੂਜੇ ਦੀ ਤਰੱਕੀ ਦੇ ਵਿੱਚ ਵਿਘਨ ਪਾਉਣਾ, ਇਹ ਔਗਣ ਹੋਣ ਕਰਕੇ ਸੋ ਮਹਾਰਾਜ ਕਿਰਪਾ ਨਹੀਂ ਕਰਦਾ ਵੀ ਤੂੰ ਧੰਨ ਹੈ। ਮੈਂ ਨਮਸਕਾਰ ਕੀਤੀ। ਇੱਕ ਇੰਗਲਿਸ਼ਮੈਨ ਮੁੰਡਾ ਇੰਗਲੈਂਡ ਦਾ,
ਸੋ ਗੁਰੂ ਸਾਹਿਬ ਦੀ ਜਿਹਦੇ ਤੇ ਕਿਰਪਾ ਹੋਣੀ ਉਹਦੇ ਤੇ ਹੀ ਹੋਣੀ ਹੈ। ਤੋ ਇਸ ਵਾਸਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ। ਮਨ ਰਾਮ ਨਾਮ ਬੇਦੀਆਂ ਲੈ। ਹੇ ਭਾਈ, ਇਉਂ ਮੇਰਾ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਬੰਨਿਆ ਗਿਆ ਹੈ। ਜੈਸੇ ਕਨਕ ਕਲਾ ਚਿਤ ਮਾਂਡੀ ਵਾਲੇ। ਜਿਵੇਂ ਸੁਨਿਆਰਾ ਸੋਨੇ ਦੇ ਰਵਾਲੇ ਕਿਣਕੇ ਤੇ ਆਪਣਾ ਚਿੱਤ ਜੋੜ ਕੇ ਅਸਥਿਤ ਕਰਕੇ ਰੱਖਦਾ, ਜਿਵੇਂ ਚੋਰੀ ਕਰਨ ਵਾਲੇ ਸੁਨਿਆਰ ਦਾ ਚਿੱਤ ਆਪਣੀ ਕਲਾਬਾਜੀ ਦੁਆਰਾ ਸੋਨਾ ਚੁਰਾਉਣ 'ਚ ਰਚਿਆ ਹੁੰਦਾ, ਭਾਵੇਂ ਖਿਆਲ ਰੱਖਦਾ ਕਿ ਮੈਂ ਪਤਲੇ ਹੋਏ ਸੋਨੇ ਨੂੰ ਨਾਲੀ ਰਾਹੀਂ ਖਿੱਚ ਲਵਾਂਗਾ ਜਾਂ ਕਿਸੇ ਹੋਰ ਤਰੀਕੇ ਨਾਲ ਚੁਰਾ ਲਵਾਂਗਾ। ਇੰਜ ਸੋਨੇ ਦੀ ਤਰ੍ਹਾਂ ਪਰਮੇਸ਼ਰ ਦੇ ਵਿੱਚ ਕਲਾ ਜੁਗਤੀ ਦੁਆਰਾ ਚਿੱਤ ਮੈਂ ਰਚਾਇਆ ਹੋਇਆ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਨੀਲੇ ਕੁੰਭ ਜਿਵੇਂ ਘੜੇ ਨੂੰ ਖੂਹ ਦੇ ਕੰਢੇ ਤੇ ਲਿਆ ਕੇ ਭਰਾਈ ਲੈ ਉਦਕਾ। ਪਾਣੀ ਨਾਲ ਭਰ ਕੇ ਆਪਣੇ ਸਿਰ ਤੇ ਰੱਖ ਕੇ ਰਾਜ ਕੁਆਰ ਪੁਰੰਦਰੀਏ। ਰਾਜੇ ਦੀ ਦਾਸੀ ਪੁਰੀ ਮੰਦਰ ਮਹਿਲ ਦੇ ਅੰਦਰ ਨੂੰ ਤੁਰੀ ਆਉਂਦੀ ਹੈ। ਹਸਤ ਬਨੋਦ ਵਿਚਾਰ ਕਰਤੀ ਹੈ। ਆਪਣੀਆਂ ਸਖੀਆਂ ਨਾਲ ਹੱਸਦੀ ਵਸਦੀ, ਹੱਥਾਂ ਨਾਲ ਆਪਣੇ ਗਹਿਣੇ ਸਮਾਰਦੀ ਆਦਿਕ ਅਨੇਕਾਂ ਕੌਤਕ ਕਰਦੀ ਜਾਂ ਅਨੇਕਾਂ ਕੌਤਕਾਂ ਵਾਲੀਆਂ ਗੱਲਾਂ ਦਾ ਵਿਚਾਰ ਕਰਦੀ ਤੁਰੀ ਆਉਂਦੀ ਹੈ। ਪਰ ਆਪਣਾ ਜੋ ਚਿੱਤ ਹੈ ਜੀਤ ਸੁਗਾਗਰ ਰਾਖੀਆਂ ਲੈ। ਉਸ ਗਾਗਰ ਘੜੇ 'ਚ ਰੱਖਦੀ ਹੈ, ਭਾਵੇਂ ਖਿਆਲ ਰੱਖਦੀ ਕਿਤੇ ਗਰਦਨ ਡੋਲ ਨਾ ਜਾਏ ਤੇ ਘੜਾ ਡਿੱਗ ਨਾ ਪਏ। ਇਉਂ ਅਸੀਂ ਪਰਮੇਸ਼ਰ ਨਾਲ ਚਿੱਤ ਜੋੜ ਕੇ ਰੱਖਦੇ ਹਾਂ। ਕਈ ਤਾਂ ਨੌਜਵਾਨ ਭੈਣਾਂ ਸਿਰ ਤੇ ਘੜਾ ਰੱਖ ਕੇ ਤੇ ਉਹ ਸ਼ੋਅ ਕਰਦੀਆਂ ਨੇ ਤੇ ਭਾਵ ਸੋ ਸਰੀਰ ਦੇ ਨਾਲ ਐਕਟੀਵਿਟੀਆਂ ਕਰਕੇ ਦਿਖਾਉਂਦੀਆਂ, ਪਰ ਘੜਾ ਮਜਾਲ ਹੈ ਕਿਤੇ ਡੋਲ ਜਾਏ ਜਾਂ ਡਿੱਗ ਪਵੇ। ਇਸੇ ਤਰ੍ਹਾਂ ਨੀਲੇ ਕੁੰਭ ਬ੍ਰਹਮਾਕਾਰ ਬਿਰਤੀ ਰੂਪ ਘੜੇ ਦੇ ਤਾਈ ਸਤ ਸੰਗਤ ਰੂਪ ਖੂਹ ਦੇ ਕਿਨਾਰੇ ਤੇ ਲਿਆ ਕੇ ਭਰਾਈ ਲੈ ਉਦਕਾ। ਉਥੋਂ ਪ੍ਰੇਮ ਰੂਪ ਪਾਣੀ ਨਾਲ ਭਰਿਆ ਹੈ। ਰਾਜ ਕੁਆਰ ਪੁਰੰਦਰੀਏ। ਅਤੇ ਪ੍ਰਕਾਸ਼ ਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਬੁੱਧ ਰੂਪ ਦਾਸੀ ਅੰਤਰਮੁਖ ਬਿਰਤੀ ਵੱਲ ਨੂੰ ਆ ਰਹੀ ਹੈ ਅਤੇ ਹਸਤ ਬਨੋਦ ਵਿਚਾਰ ਕਰਤੀ ਹੈ। ਬੁੱਧ ਰੂਪ ਦਾਸੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੀ ਹੋਈ ਹੱਸਦੀ ਖੇਡਦੀ ਉਹਦੇ ਸਰਗੁਣ ਸਰੂਪ ਦੇ ਕੌਤਕਾਂ ਨੂੰ ਕਥਨ ਕਰਦੀ ਹੈ। ਜੀਤ ਸੁਗਾਗਰ ਰਾਖੀਆਂ ਲੈ। ਤੇ ਨਿਰਗੁਣ ਸਰੂਪ ਦੀ ਵਿਚਾਰ ਕਰਦੀ ਤੇ ਆਪਣੇ ਚਿੱਤ ਉਸ ਬ੍ਰਹਮਾਕਾਰ ਰੂਪ ਘੜੇ 'ਚ ਸਥਿਤ ਰੱਖਦੀ ਹੈ। ਮੰਦਰ ਏਕ ਦਵਾਰ ਦਸ ਜਾ ਕੇ। ਇੱਕ ਹੋਰ ਉਦਾਹਰਨ ਸੁਣੋ। ਜਿਵੇਂ ਇੱਕ ਸ਼ਹਿਰ ਜਾਂ ਮਕਾਨ ਹੋਵੇ ਜਿਸ ਦੇ 10 ਦਰਵਾਜ਼ੇ ਹੋਣ, ਭਾਵ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਵੱਲ ਜਾਂਦਾ ਹੋਵੇ। ਗਊ ਚਰਾਵਨ ਛਾਡੀ ਵਾਲੇ। ਉਸ ਸ਼ਹਿਰ ਮਕਾਨ ਵਿੱਚੋਂ ਗਵਾਲਾ ਚਰਾਵਾ ਗਊਆਂ ਨੂੰ ਘਾਹ ਚਾਰਨ ਲਈ ਛੱਡਦਾ ਹੈ। 5 ਕੋਸ ਪਰ ਗਊ ਚਰਾਵਤ। 5 ਕੋਹ ਦੀ ਦੂਰੀ ਤੇ ਗਵਾਲਾ ਗਊਆਂ ਨੂੰ ਘਾਹ ਚਰਾਉਂਦਾ ਹੈ। ਚੀਤਾ ਸੋ ਬਛਰਾ ਰਾਖੀਆਂ ਲੈ। ਪਰ ਉਹ ਗਾਵਾਂ ਘਾਹ ਚਰਦੀਆਂ ਵੀ ਆਪਣਾ ਚਿੱਤ ਉਹਨਾਂ ਬੱਚਿਆਂ 'ਚ ਰੱਖਦੀਆਂ ਜਿਹੜੇ ਪਿੱਛੇ ਛੱਡ ਕੇ ਆਈਆਂ ਹੁੰਦੀਆਂ ਨੇ। ਇਸੇ ਪ੍ਰਕਾਰ ਮੰਦਰ ਏਕ ਦਵਾਰ ਦਸ ਜਾ ਕੇ। ਮੰਦਰ ਕਿਹੜਾ ਹੈ? ਇਹ ਸਰੀਰ। ਹਰ ਮੰਦਰ ਇਹੋ ਸਰੀਰ ਹੈ। ਤੇ ਦਰਵਾਜ਼ੇ ਕਿਹੜੇ ਨੇ? 9 ਗੋਲਕਾਂ ਤੇ 10ਵਾਂ ਦਰਵਾਜ਼ਾ ਗੁਪਤ। ਇਹ 10 ਦਰਵਾਜ਼ੇ ਨੇ। ਗਊ ਚਰਾਵਨ ਛਾਡੀ ਵਾਲੇ। ਗਵਾਲਾ ਕਿਹੜਾ? ਜਗਿਆਸੂ। ਗਾਵਾਂ ਕਿਹੜੀਆਂ ਨੇ? ਬ੍ਰਹਮਾਕਾਰ ਬਿਰਤੀ ਰੂਪ ਗਾਂ
ਆਸਾ ਰੂਪ ਨਦੀ ਤੋਂ ਪਾਰ ਘਾਹ ਚਰਾਉਣ ਵਾਸਤੇ ਛੱਡੀ ਹੈ। ਪਾਂਚ ਕੋਸ ਪਰ ਗਊ ਚਰਾਵਤ, ਪੰਜਾਂ ਕੋਸ਼ਾਂ ਨੂੰ ਪਹਾੜਾਂ ਤੋਂ ਪਰੇ ਬ੍ਰਹਮਾਕਾਰ ਬਿਰਤੀ ਰੂਪ ਗਾਂ ਨੂੰ ਘਾਹ ਚਰਾਉਣਾ ਕੀਤਾ। ਚੀਤ ਸੁਬਛਰਾ ਰਾਖੀਆਂ ਲੈ, ਪਰ ਬ੍ਰਹਮਾਕਾਰ ਬਿਰਤੀ ਰੂਪ ਗਾਂ ਆਪਣਾ ਚਿੱਤ ਉਸ ਚੇਤਨ ਸਰੂਪ ਰੂਪੀ ਵਛੇ ਦੀ ਪ੍ਰਾਪਤੀ ਵਿੱਚ ਹੀ ਰੱਖਦੀ ਹੈ। ਕਹਿਤ ਨਾਮ ਦਿਓ ਸੁਨੋ ਤਲੋਚਨ, ਨਾਮਦੇਵ ਜੀ ਕਹਿੰਦੇ ਨੇ ਕਿ ਹੇ ਤਰਲੋਚਨ ਜੀ ਸੁਣਨਾ ਕਰ। ਬਾਲਕ ਪਾਲਣ ਪੌੜੀ ਵਾਲੇ, ਮੇਰਾ ਇੱਕ ਹੋਰ ਬਚਨ ਸੁਣ ਧਿਆਨ ਨਾਲ। ਜਿਵੇਂ ਮਾਤਾ ਜਿਹੜੀ ਆਪਣੀ ਗੋਦੀ ਵਾਲੇ ਛੋਟੇ ਬੱਚੇ ਨੂੰ ਪੰਘੂੜੇ 'ਚ ਬਿਰਾਜਮਾਨ ਕਰਦੀ ਹੈ, ਉਹ ਬੱਚੇ ਦੀ ਮਾਲਾ ਨਹੀਂ ਫੜਦੀ, ਬੱਚਾ 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 ਕਰਕੇ ਸਿਮਰਨ ਨਹੀਂ ਕਰਦੀ ਹੈ, ਮਣਕੇ ਨਹੀਂ ਸੁੱਟਦੀ ਹੈ, ਜਾਂ ਚੌਂਕੜਾ ਮਾਰ ਕੇ ਸਮਾਧੀ 'ਚ ਬੱਚੇ ਦਾ ਧਿਆਨ ਨਹੀਂ ਧਰਦੀ। ਕੁਦਰਤੀ ਉਹਦਾ ਜਿਹੜਾ ਧਿਆਨ ਹੈ ਅੰਤਰ ਬਾਹਰ ਕਾਜ ਵਿਰੁੱਧੀ, ਕਦੇ ਘਰ ਦੇ ਅੰਦਰਲੇ ਕਦੇ ਘਰ ਦੇ ਬਾਹਰਲੇ ਕੰਮਾਂ ਦੇ ਵਿੱਚ ਰੁਕੀ ਫਸੀ ਰਹਿੰਦੀ ਹੈ, ਵਿਸ਼ੇਸ਼ ਕਰਕੇ ਰੁੱਝੀ ਰਹਿੰਦੀ ਹੈ। ਨਿਆਣੇ ਤਾਂ ਦਾਦੇ ਤੇ ਦਾਦੀ ਖਿਡਾਉਂਦੇ ਨੇ ਤੇ ਮਾਂ ਪਿਓ ਨੂੰ ਥੋੜ੍ਹਾ ਟਾਈਮ ਲੱਗਦਾ, ਤੋ ਇਸ ਵਾਸਤੇ ਇਹ ਬਜ਼ੁਰਗਾਂ ਦੇ ਹੱਥਾਂ 'ਚ ਬੱਚੇ ਸੋਭਾ ਪਾਉਂਦੇ ਨੇ। ਸਗੀ ਮਾਂ ਨੂੰ ਤਾਂ ਇੱਕ ਘੜੀ ਵੇਲ ਨਹੀਂ ਹੈ, ਤੋ ਇਸ ਵਾਸਤੇ ਉਹ ਤਾਂ ਚਾਹੁੰਦੀ ਵੀ ਸੁੱਤਾ ਹੀ ਰਹੇ ਜਾਂ ਖਿਡੌਣਿਆਂ ਨਾਲ ਖੇਡਦਾ ਰਹੇ। ਚੀਤ ਸੁਬਾਰਕ ਰਾਖੀ ਅਲੇ, ਪਰ ਆਪਣਾ ਚੇਤੋ ਬੱਚੇ 'ਚ ਰੱਖਦੀ ਹੈ। ਇਸੇ ਤਰ੍ਹਾਂ ਕਹਿਤ ਨਾਮ ਦਿਓ ਸੁਨੋ ਤਿਲੋਚਨ, ਨਾਮਦੇਵ ਜੀ ਕਹਿੰਦੇ ਇਹ ਤਿੰਨਾਂ ਲੋਕਾਂ ਨੂੰ ਅੱਖਾਂ ਨਾਲ ਵੇਖਣ ਵਾਲੇ ਤ੍ਰਿਗੁਣੀ ਦ੍ਰਿਸ਼ਟੀ ਵਾਲੇ ਤ੍ਰਿਲੋਚਨ ਭਗਤ ਸੁਣ। ਬਾਲਕ ਪਾਲਣ ਪੌੜੀ ਅਲੇ, ਮੇਰਾ ਮਨ ਰੂਪ ਬੱਚਾ ਇਹਨੂੰ ਬ੍ਰਹਮਾਕਾਰ ਬਿਰਤੀ ਰੂਪ ਮਾਤਾ ਨੇ ਬ੍ਰਹਮ ਅਭਿਆਸ ਰੂਪ ਪੰਘੂੜੇ ਤੇ ਬਿਰਾਜਮਾਨ ਕੀਤਾ ਹੈ। ਅਤੇ ਅੰਤਰ ਬਾਹਰ ਕਾਜ ਵਿਰੁੱਧੀ, ਕਦੇ ਬ੍ਰਹਮਾਕਾਰ ਬਿਰਤੀ ਅੰਤਰਮੁਖ, ਕਦੇ ਸੰਸਾਰਾਕਾਰ ਹੋਣ ਵੱਲੋਂ ਸਮਝਾਉਣ ਆਦਿ ਕੰਮ ਦੇ ਵਿੱਚ ਰੁਕੀ ਰੁੱਝੀ ਰਹਿੰਦੀ ਹੈ। ਚੀਤ ਸੁਬਾਰਕ ਰਾਖੀਆਂ ਲੈ, ਪਰ ਆਪਣਾ ਚੇਤ ਉਸ ਮਨ ਰੂਪ ਬੱਚੇ ਦੇ ਵਿੱਚ ਟਿਕਾ ਕੇ ਰੱਖਦੀ ਹੈ। ਸਤਿਗੁਰੂ ਮਹਾਰਾਜ ਨੇ ਸਾਨੂੰ ਉਦਾਹਰਣ ਦਿੱਤੀ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇੱਕ ਬੱਚਾ ਸੀ 5 ਸਾਲ ਦਾ, ਦੂਜਾ ਸੀ 7 ਸਾਲ ਦਾ, ਤੇ ਮੈਂ 14-15 ਸਾਲ ਦੇ ਬੱਚੇ ਦੀ ਪਹਿਲਾਂ ਤੁਹਾਨੂੰ ਸਾਖੀ ਸੁਣਾਈ। ਹੁਣ ਤਾਂ ਵਿਆਹ ਗਿਆ, ਹੁਣ ਉਹਦੇ ਘਰ ਮੁੰਡਾ ਵੀ ਸੰਥਿਆ ਕਰਾਉਂਦਾ। ਇੱਕ ਛੋਟਾ ਜਿਹਾ ਬੱਚਾ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਫਤਿਹਗੜ੍ਹ ਮਾਂਦਣਾ ਸੈਕਟਰ 34, ਉਦੋਂ ਸਕੂਲ ਹੁਣ ਸਵਾੜੇ ਚਲਾ ਗਿਆ, ਇੱਥੇ ਸੀਗਾ ਮੈਂ ਪਹਿਲਾਂ ਵੀ ਬੇਨਤੀ ਕੀਤੀ। ਅੰਮ੍ਰਿਤ ਸੰਚਾਰ ਵਿੱਚ ਇੱਕ ਛੋਟੇ ਜਿਹੇ ਬੱਚੇ ਦੇ ਦਰਸ਼ਨ ਹੋਏ ਸੀਗੇ, ਮਸਾਂ ਹੀ ਉਹ 4ਥੀ ਕਲਾਸ ਦਾ ਤੇ 8-9 ਸਾਲ ਦਾ ਹੋਊਗਾ। ਪੰਜਾਬੀ ਵੀ ਨਹੀਂ ਸੀ ਆਉਂਦੀ, ਜਪਜੀ ਸਾਹਿਬ ਦਾ ਪਾਠ ਨਹੀਂ ਆਉਂਦਾ, ਤੇ ਪਰ ਜਦ ਉਹਨੇ ਆਪ ਦਾ ਬਚਨ ਸੁਣਾਇਆ, ਝੂਠ ਵੀ ਕੋਈ ਨਹੀਂ, ਸਾਡੇ ਕੋਲ ਝੂਠ ਬੋਲ ਕੇ ਕਿਸੇ ਨੇ ਕੀ ਲੈਣਾ। ਔਰ ਉਹਦੇ ਕੋਲ ਮੈਂ ਇੰਨੇ ਕਰੜੇ ਸਵਾਲ ਕੀਤੇ, ਉਹਨੇ ਸਹੀ ਸੰਤਾਂ ਵਾਲਾ ਉੱਤਰ ਦਿੱਤਾ। ਕਹਿਣ ਲੱਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ, ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਮੈਂ ਚਾਹਾਂ ਮੇਰੇ ਅੱਗੇ ਆ ਕੇ ਖੜ ਜਾਂਦੇ, ਮੇਰੇ ਨਾਲ ਗੱਲਾਂ ਕਰਦੇ, ਬਚਨ ਹੁੰਦੇ ਨੇ, ਤੇ 8 ਪੈਰ ਵਾਹਿਗੁਰੂ 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 ਦਾ ਭਜਨ ਹੁੰਦਾ ਰਹਿੰਦਾ। ਛੋਟਾ ਜਿਹਾ ਬੱਚਾ, ਤੇ ਬੜੇ ਉਹਨੇ ਬਚਨ ਸੁਣਾਏ ਮੈਨੂੰ, ਬੜੀਆਂ ਚੰਗੀਆਂ ਗੱਲਾਂ। ਮੈਂ ਸਾਰੇ ਅੰਮ੍ਰਿਤ ਸੰਚਾਰ ਉਹਦੇ ਕੋਲ ਹੀ ਬੈਠਾ ਰਿਹਾ, ਬਾਕੀ ਸਿੰਘ ਸੇਵਾ ਕਰਦੇ ਰਹੇ। ਤੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਵਰਗੇ ਮਹਾਂਪੁਰਖਾਂ ਦੀਆਂ ਸਾਖੀਆਂ ਤਾਂ ਸਾਰਿਆਂ ਨੂੰ ਹੀ ਪਤਾ। ਤੇ ਇਸ ਵਾਸਤੇ ਕਿਰਪਾ ਹੀ ਆ ਵਾਹਿਗੁਰੂ ਦੀ, ਭਾਵੇਂ ਬੱਚੇ ਤੇ ਹੋ ਜਾਏ ਤੇ ਭਾਵੇਂ ਸਾਡੇ ਵਰਗੇ ਬਜ਼ੁਰਗਾਂ ਤੇ ਵੀ ਨਾ ਹੋਵੇ। ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਗੁਰੂ ਸਾਹਿਬ ਸਾਡੀ ਬਿਰਤੀ ਨੂੰ ਨਾਮ ਬਾਣੀ 'ਚ ਜੋੜ ਲੈਣ। ਸਾਡੀ ਲਾਇਆਂ ਵੀ ਨਹੀਂ ਲੱਗਦੀ, ਗੁਰੂ ਘਰ ਵੀ ਨਹੀਂ ਜੁੜਦੀ, ਤੇ ਜੇ ਤੇ ਕਿਰਪਾ ਹੋ ਜਾਏ ਉਹ ਜਿੱਥੇ ਮਰਜ਼ੀ ਤੁਰਿਆ ਫਿਰ ਜੋ ਮਰਜ਼ੀ ਕਰਦਾ ਰਹੇ। ਗੁਰੂ ਸਾਹਿਬ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ ਨੇ। ਸੋ ਵਾਹਿਗੁਰੂ ਦੀ ਕਿਰਪਾ ਦੀ ਨਿਸ਼ਾਨੀ ਇੱਕ ਮਾਈ ਮੈਨੂੰ ਨਿਸ਼ਾਨ ਸਾਹਿਬ ਕੋਲ ਮਿਲੀ, ਮੈਂ ਨਹੀਂ ਜਾਣਦਾ, ਸਾਹਮਣੇ ਆ ਜਾਏ ਮੈਂ ਪਹਿਚਾਣੂਗਾ ਨਹੀਂ। ਸ਼ਾਮ ਦੀ ਕਥਾ ਸੁਣਦੀ ਹੁੰਦੀ, ਕਹਿੰਦੀ ਬਾਬਾ ਜੀ, ਮੈਂ ਕਿਹਾ ਦੱਸੋ। ਕਹਿੰਦੀ ਤੁਸੀਂ ਕਹਿੰਦੇ ਨਾਮ ਜਪੋ ਨਾਮ ਜਪੋ।
ਤੇ ਮੇਰੇ ਤੇ ਰੱਬ ਨੇ ਇੰਨੀ ਕਿਰਪਾ ਕੀਤੀ, ਮੈਨੂੰ ਤਾਂ ਡਰ ਲੱਗਦਾ ਵੀ ਨਿਆਣੇ ਸਾਂਭੂਗਾ ਕੌਣ। ਬਿਰਤੀ ਮੇਰੀ ਇੰਨੀ ਉੱਚੀ ਚੜ੍ਹ ਜਾਂਦੀ ਵੀ ਸੰਸਾਰ ਦਾ ਚੇਤਾ ਭੁੱਲ ਜਾਂਦਾ, ਬ੍ਰਹਮ ਗਿਆਨ ਦੀ ਅਵਸਥਾ ਸੱਚਖੰਡ ਤੱਕ। ਤੇ ਮੈਂ ਜਦ ਆਪਦੇ ਬੱਚਿਆਂ ਵੱਲ ਵੇਖਦੀ, ਮੈਂ ਅਰਦਾਸ ਕਰਦੀ ਵੀ ਰੱਬ ਸੱਚਿਆ ਵੀ ਮੈਨੂੰ ਤੂੰ ਬ੍ਰਹਮ ਗਿਆਨੀ ਨਾ ਬਣਾ, ਇਹ ਨਿਆਣੇ ਵਿਚਾਰੇ ਰੁੱਲ ਜਾਣਗੇ। ਮੋਹ ਦੀ ਮਾਰੀ ਮਾਈ ਹੋਈ ਸਾਂਭਦੀ ਆ ਬੱਚਿਆਂ ਦਾ ਸਾਹ, ਸੂਈ ਕਸੀਦਾ ਕੱਢਦੀ ਤੇ ਉਹਨਾਂ ਦੇ ਕੱਪੜੇ ਲੀੜੇ ਧੋਂਦੀ ਵੀ ਜੇ ਤੂੰ ਮੈਨੂੰ ਗਿਆਨ ਦੇ ਤਾਂ ਇਹਦੇ 'ਚ ਬਿਰਤੀ ਜੋੜ ਦੇ, ਫਿਰ ਸੰਸਾਰ ਨੂੰ ਟੁੱਟ ਜਾਊਂਗੇ। ਮੈਂ ਕਿਹਾ ਮਾਈ ਮੇਰੀ ਅਰਦਾਸ ਕਰਦੇ ਵੀ ਮੈਨੂੰ ਮਹਾਰਾਜ ਕੁਛ ਦੇ ਦੇ, ਕਿਨ ਕਹਿ ਕੇ ਜੇ ਜੀ ਬਸਾਵੇ। ਇਉਂ ਰੱਬ ਦਾ ਘਰ ਹੈ, ਕੀਮਤਾਂ ਕਿਹਦੇ ਤੇ ਕਿਰਪਾ ਹੋ ਜਾਣੀ ਹੈ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਕਹਿਤ ਨਾਮ ਦਿਓ ਸੁਨੋ ਤਿਲੋਚਨ, ਬਾਲਕ ਪਾਲਣ ਪੌੜੀਆਂ ਲੈ, ਅੰਤਰ ਬਾਹਰ ਕਾਜ ਬਿਰੁਧੇ, ਚੀਤ ਸਵਾਰਿਕ ਰਾਖੀ ਅਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।